ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਨੂੰ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅੱਜ ਦੀ ਇਸ ਕਲਾਸ ਵਿੱਚ ਸਾਡੇ ਨਾਲ ਵੀਰ ਹਰਜੀਤ ਸਿੰਘ ਜੀ ਗੁਰਬਾਣੀ ਦੇ ਵਿੱਚ ਆਏ ਹੋਏ ਸੰਕੇਤਕ ਸ਼ਬਦਾਂ ਦੀ ਲੜੀਵਾਰ ਵਿਚਾਰ ਆਪ ਜੀ ਨੇ ਪਿਛਲੇ ਕਈ ਹਫ਼ਤਿਆਂ ਤੋਂ ਸਾਡੇ ਨਾਲ ਸਾਂਝੀ ਕਰਦੇ ਆ ਰਹੇ ਹਨ। ਉਹਦਾ ਅਗਲਾ ਭਾਗ ਸਾਡੇ ਨਾਲ ਸਾਂਝਾ ਕਰਨਗੇ। ਉਹਨਾਂ ਨੂੰ ਬੇਨਤੀ ਹੈ ਕਿ ਅੱਜ ਦੀ ਵਿਚਾਰ ਆਰੰਭ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰਿਓ, ਅੱਜ ਅਸੀਂ ਸੰਕੇਤਕ ਸ਼ਬਦਾਵਲੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੋ ਇਸਤੇਮਾਲ ਕੀਤੀ ਗਈ ਹੈ, ਉਹਨਾਂ ਵਿੱਚੋਂ ਕੁਝ ਕੁ ਸ਼ਬਦਾਂ ਦੀ ਵਿਚਾਰ ਅੱਗੇ ਚਲਾਵਾਂਗੇ। ਪਿਛਲੇ ਹਫ਼ਤੇ ਜਦੋਂ ਅਸੀਂ ਵਿਚਾਰ ਕੀਤੀ ਸੀ ਤਾਂ ਲਾਸਟ ਸੀ ਤ੍ਰਿਮੂਰਤ ਲਫ਼ਜ਼ ਦੇ ਉੱਤੇ ਅਸੀਂ ਵਿਚਾਰ ਨੂੰ ਛੱਡਿਆ ਸੀ, ਜਿਹਦੇ ਵਿੱਚ ਅਸੀਂ ਵੇਦਾਂ ਅਨੁਸਾਰ ਜੋ ਤ੍ਰਿਮੂਰਤੀ ਦੇ ਅਰਥ ਕੀਤੇ ਗਏ ਹਨ, ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਸ਼ਿਵ ਜੀ ਭਾਵ ਤਿੰਨ ਦੇਵਤੇ, ਇਹਨਾਂ ਨੂੰ ਤ੍ਰਿਮੂਰਤ ਕਿਹਾ ਜਾਂਦਾ। ਬ੍ਰਹਮਾ ਨੂੰ ਪ੍ਰਜਾਪਤ, ਸ਼ਿਵ ਨੂੰ ਰੁਦਰ ਨਾਮ ਨਾਲ ਵੀ ਜਿਹੜਾ ਹੈ ਉਹ ਬੁਲਾਇਆ ਜਾਂਦਾ ਹੈ। ਉਹਦੇ 'ਚ ਲਿਖਿਆ ਗਿਆ ਹੈ ਕਿਸੇ ਨੂੰ ਸ੍ਰਿਸ਼ਟੀ ਪੈਦਾ ਕਰਨ ਵਾਲਾ, ਕਿਸੇ ਨੂੰ ਪਾਲਣ ਵਾਲਾ, ਕਿਸੇ ਨੂੰ ਮਾਰਨ ਵਾਲਾ, ਵੱਖਰੀਆਂ ਵੱਖਰੀਆਂ ਸ਼ਕਤੀਆਂ ਦੇ ਵੱਖਰੇ ਵੱਖਰੇ ਕੰਮ ਉਹਨਾਂ ਦੇ ਜੁੰਮੇ ਲਾ ਦਿੱਤੇ। ਪਰ ਗੁਰੂ ਸਾਹਿਬ ਜੀ ਨੇ ਇਹ ਸਪਸ਼ਟ ਤੌਰ ਤੇ ਉੱਤੇ ਜਿਹੜੀ ਗੱਲ ਕੀਤੀ, ਸਾਨੂੰ ਸਮਝਾਈ। ਪਰਮ ਸਨਮਾਨਯੋਗ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ SMC ਗੁਰਮਤਿ ਕਲਾਸ ਮਾਫ ਕਰਨਾ ਜੀ, ਉਹ ਕਨਵਰਟ ਹੋ ਕੇ ਤੇ ਚੱਲ ਪਈ ਸੀ। ਧੰਨਵਾਦ ਜੀ। ਅੱਗੇ ਚਲੀਏ। ਤਾਂ ਪਿਛਲੇ ਹਫ਼ਤੇ ਜੋ 15 ਦਿਨ ਪਹਿਲਾਂ ਅਸੀਂ ਛੱਡਿਆ, ਕਿ ਪਿਛਲੇ ਹਫ਼ਤੇ ਮੈਂ ਹਾਜ਼ਰੀ ਨਹੀਂ ਭਰ ਸਕਿਆ ਸੀ, ਤ੍ਰਿਮੂਰਤੀ ਲਫ਼ਜ਼ ਦੇ ਉੱਤੇ ਇਹ ਵਿਚਾਰ ਅਸੀਂ ਛੱਡੀ ਸੀ। ਇਸ ਤੋਂ ਅਗਲਾ ਸ਼ਬਦ ਜੋ ਸ਼ਬਦਕੋਸ਼ ਵੀ ਦਿੱਤਾ ਹੋਇਆ ਹੈ ਉਹ ਹੈ ਤਰਲੋਚਨ ਜੀ। ਤਾਂ ਭਗਤ ਤਰਲੋਚਨ ਜੀ ਦੇ ਜੀਵਨ ਬਾਰੇ ਅਸੀਂ ਵੱਖਰੀ ਵਿਚਾਰ ਕਰਾਂਗੇ, ਕਿਉਂਕਿ ਇਸ ਸੰਕੇਤਕ ਸ਼ਬਦਾਵਲੀ ਵਿੱਚ ਇਹ ਛੋਟੀ ਜਿਹੀ ਗੱਲਬਾਤ ਨਾਲ ਉਹਨਾਂ ਦੀ ਗੱਲ ਬਣਨੀ ਨਹੀਂ। ਉਹਨਾਂ ਦੇ ਜੀਵਨਾਂ ਬਾਰੇ ਅਸੀਂ ਵੱਖਰੀ ਵਿਚਾਰ ਕਰਾਂਗੇ। ਭਗਤ ਜੀ ਦੇ ਜੀਵਨ ਦੀ, ਉਹਨਾਂ ਦੀ ਬਾਣੀ ਤੇ ਜੋ ਕੁਝ ਸਾਨੂੰ ਸੇਧ ਮਿਲਦੀ ਹੈ ਉਹ ਅਸੀਂ ਵੱਖਰੀ ਵਿਚਾਰ ਕਰਾਂਗੇ। ਇਸ ਤੋਂ ਅੱਗੇ ਆਪਾਂ ਤੁਰਦੇ ਹਾਂ। ਅਗਲਾ ਸ਼ਬਦ ਜੋ ਹੈ ਉਹ ਹੈ ਤੁਖਾਰੀ। ਤੁਖਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਰਤਿਆ ਹੋਇਆ ਇੱਕ ਰਾਗ ਹੈ, ਜਿਹਨੂੰ ਸੰਪੂਰਨ ਰਾਗ ਕਿਹਾ ਜਾਂਦਾ ਹੈ। ਇਹ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 12 ਮਾਹ ਉਚਾਰਨ ਕੀਤੇ ਹੋਏ ਵੀ ਮਿਲਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਰਾਗ ਜਿਹੜਾ ਹੈ ਤਕਰੀਬਨ 22ਵੇਂ ਨੰਬਰ ਦੇ ਉੱਤੇ ਇਸਤੇਮਾਲ ਕੀਤਾ ਗਿਆ ਹੈ। ਇਸ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ, ਗੁਰੂ ਰਾਮਦਾਸ ਜੀ ਦੀ ਬਾਣੀ, ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। ਔਰ ਇਹਨਾਂ ਨੇ ਇਸ ਰਾਗ ਵਿੱਚ ਕਈ ਸ਼ਬਦ ਵੀ ਉਚਾਰਨ ਕੀਤੇ ਹਨ। ਗੁਰੂ ਸਾਹਿਬ ਜੀ ਨੇ 12 ਮਾਹ ਤੁਖਾਰੀ ਵੀ ਇਸ ਰਾਗ ਦੇ ਵਿੱਚ ਹੀ ਉਚਾਰਨ ਕੀਤਾ ਹੈ। ਕਿਹਾ ਜਾਂਦਾ ਹੈ ਪੁਰਾਤਨ ਲਿਖਤਾਂ ਦੇ ਅਨੁਸਾਰ ਕਿ ਹਿਮਾਲਾ ਦੇ ਉੱਤਰ ਪੱਛਮ ਦਾ ਜਿਹੜਾ ਨਾਰਥ ਵੈਸਟ ਦਾ ਇਲਾਕਾ ਹੈ ਉਹਨੂੰ ਤਖਾਰ ਦਾ ਇਲਾਕਾ ਕਿਹਾ ਜਾਂਦਾ ਹੈ। ਇਸ ਇਲਾਕੇ ਦੇ ਹੋ ਸਕਦਾ ਹੈ ਕਿ ਇਹ ਰਾਗ ਜਾਂ ਇਹ ਰਾਗ ਗਾਉਣ ਦੀ ਧੁਨ ਜਿਹੜੀ ਹੈ ਉਸ ਇਲਾਕੇ ਦੇ ਵਿੱਚ ਕਿਤੇ ਹੁੰਦੀ ਹੋਵੇ, ਪ੍ਰਚਲਿਤ ਹੋਵੇ, ਔਰ ਤੁਖਾਰੀ ਰਾਗ ਜਿਹੜਾ ਉੱਥੋਂ ਹੀ ਵਿਕਸਿਤ ਹੋਇਆ ਹੋਵੇ। ਇਹ ਗੱਲ ਆਮ ਤੌਰ ਤੇ ਕਹੀ ਜਾਂਦੀ ਹੈ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਕਿਉਂਕਿ ਰਾਗ ਇਸਤੇਮਾਲ ਹੋਇਆ, ਇਸ ਰਾਗ ਦੇ ਜਿਹੜਾ 3 ਗੁਰੂ ਸਾਹਿਬਾਨ ਨੇ ਬਾਣੀ ਵੀ ਆਪਣੀ ਦਰਜ ਕੀਤੀ। ਆਮ ਤੌਰ ਦੇ ਉੱਤੇ ਦਿਨ ਚੜੇ ਇਹ ਰਾਗ ਨੂੰ ਜੋ ਗਾਉਣ ਦੀ ਹਦਾਇਤ ਕੀਤੀ ਜਾਂਦੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ
ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਵਾਈ ਤਾਂ ਇਸ ਰਾਗ ਨੂੰ ਵੀ ਇਸਤੇਮਾਲ ਕਰਕੇ ਬਾਏ ਜਿਹਦੇ ਵਿੱਚ ਗੁਰੂ ਸਾਹਿਬ ਜੀ ਨੇ ਇਹ ਉਚਾਰਨ ਕੀਤਾ ਸੀ 12 ਮਾਹ, ਤਾਂ ਉਹਦੇ ਵਿੱਚ ਦਰਜ ਕੀਤਾ ਗਿਆ। ਇਸ ਤੋਂ ਅੱਗੇ ਅਸੀਂ ਤੁਰਦੇ ਹਾਂ। ਇੱਕ ਲਫ਼ਜ਼ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ, ਹਿੰਦੂ ਤੁਰਕ ਕਹਾਂ ਤੇ ਆਏ, ਕਿਨ ਇਹ ਰਾਹ ਚਲਾਈ। ਇਹ ਲਫ਼ਜ਼ ਫਿਰ ਅੱਗੇ ਜਾ ਕੇ ਇਸੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ 477 ਤੇ ਇੱਕ ਪੰਕਤੀ ਆਉਂਦੀ ਹੈ, ਸੁਨਤ ਕੀਏ ਤੁਰਕ ਜੇ ਹੋਏਗਾ, ਔਰਤ ਕਾ ਕਿਆ ਕਰੀਏ। ਤੋ ਤੁਰਕ ਲਫ਼ਜ਼ ਜਿਹੜਾ ਹੈ ਇਸਤੇਮਾਲ ਹੋਇਆ। ਤੁਰਕ ਇੱਕ ਨਸਲ ਹੈ ਜਿਹਦਾ ਕੇਂਦਰੀ ਜਾਂ ਸੈਂਟਰਲ ਏਰੀਆ ਉਹ ਤੁਰਕਿਸਤਾਨ ਦਾ ਹੈ। ਇਹ ਸੈਂਟਰਲ ਏਸ਼ੀਆ ਦਾ ਇੱਕ ਦੇਸ਼ ਹੈ, ਮੱਧ ਏਸ਼ੀਆ ਦਾ ਦੇਸ਼ ਅਸੀਂ ਪੰਜਾਬੀ ਚ ਕਹਿ ਸਕਦੇ ਹਾਂ। ਤੇ ਉਹ ਜਿਹਦੇ ਉੱਤਰ ਵਾਲੇ ਪਾਸੇ ਸਾਈਬੇਰੀਆ ਤੇ ਸਾਊਥ ਸਾਈਡ ਦੇ ਉੱਤੇ ਤਿੱਬਤ, ਭਾਰਤ, ਅਫਗਾਨਿਸਤਾਨ ਦਾ ਇਲਾਕਾ, ਈਸਟ ਸਾਈਡ ਦੇ ਉੱਤੇ ਮੰਗੋਲੀਆ ਦਾ ਇੱਕ ਤੇ ਨਾਲ ਗੋਥੇ ਦਾ ਰੇਗਿਸਤਾਨ ਦਾ ਇਲਾਕਾ, ਤੇ ਉਹਦੀ ਵੈਸਟ ਸਾਈਡ ਦੇ ਉੱਤੇ ਕੈਸਪੀਅਨ ਸਾਗਰ ਜਿਹੜਾ ਹੈ ਸਮੁੰਦਰ ਹੈ, ਉਹ ਇਸ ਇਲਾਕੇ ਦੇ ਉੱਤੇ ਤੁਰਕਿਸਤਾਨ ਦਾ ਜਿਹੜਾ ਇਲਾਕਾ ਮੰਨਿਆ ਜਾਂਦਾ। ਇੱਥੋਂ ਦੇ ਲੋਕ ਜਿਹੜੇ ਨੇ ਬੜੇ ਜਾਬਰ ਤੇ ਲੜਨ ਭਿੰਡ ਵਾਲੇ ਮੰਨੇ ਜਾਂਦੇ ਹਨ, ਕਹੇ ਜਾਂਦੇ ਹਨ। ਮੰਗੋਲ ਵੀ ਇਹਨਾਂ ਦੇ ਸਾਥੀ ਕਬੀਲੇ ਹੀ ਹਨ, ਜਿਹੜੇ ਇੱਕ ਤਾਤਾਰ ਤੇ ਮੰਗੋਲ, ਇਹ ਵੀ ਇਹ ਤੁਰਕਾਂ ਦੇ ਸਾਥੀ ਕਬੀਲਿਆਂ ਦੇ ਵਿੱਚੋਂ ਮੰਨੇ ਜਾਂਦੇ ਹਨ ਜਾਂ ਕਹੇ ਜਾਂਦੇ ਹਨ। ਅਲ ਬੈਰੂਨੀ ਨੇ ਇੱਕ ਗੱਲ ਲਿਖੀ ਹੈ ਕਿ ਤੁਰਕ ਜਿੱਥੋਂ ਦੀ ਲੰਘ ਜਾਂਦੇ ਉੱਥੇ ਉਜਾੜਾ ਪੈ ਜਾਂਦਾ। ਉਹਨਾਂ ਦੀ ਲਿਖਤਾਂ 'ਚ ਗੱਲ ਲਿਖੀ ਹੈ। ਇਹਨਾਂ ਵਿੱਚੋਂ ਹੀ ਫਿਰ ਤੁਗਲਕ ਖਿਲਜੀ ਘਰਾਣੇ ਜਿਹੜੇ ਬਾਦਸ਼ਾਹ ਜਿਹੜੇ ਨੇ ਉਹ ਹੋਏ ਨੇ, ਜਿਨ੍ਹਾਂ 'ਚ ਮੁਹੰਮਦ ਤੁਗਲਕ, ਖਿਲਜੀ, ਅਲਾਉਦੀਨ ਖਿਲਜੀ, ਇਹ ਬਾਦਸ਼ਾਹ ਜਿਹੜੇ ਹੋਏ ਜਿਨ੍ਹਾਂ ਨੇ ਭਾਰਤ ਦੇ ਉੱਤੇ ਹਮਲੇ ਕਰਕੇ ਆਪਣਾ ਰਾਜ ਬਣਾ ਲਿਆ ਸੀ, ਜਿਹਨੂੰ ਮੁਹੰਮਦ ਨੂੰ ਪੜ੍ਹਿਆ ਲਿਖਿਆ ਮੂਰਖ ਵੀ ਕਿਹਾ ਜਾਂਦਾ ਸੀ। ਸੁਲਤਾਨ ਲਫ਼ਜ਼ ਤੁਰਕੀ ਤੋਂ ਹੀ ਆਇਆ ਹੈ। ਜਿਹੜਾ ਸੁਲਤਾਨ ਲਫ਼ਜ਼ ਹੈ ਇਹ ਤੁਰਕਿਸਤਾਨ ਵਿੱਚ ਹੈ, ਔਰ ਤੁਰਕੀ ਦਾ ਲਫ਼ਜ਼ ਹੈ ਜਿਹੜਾ ਸੁਲਤਾਨ ਲਫ਼ਜ਼ ਹੈ। ਤੁਰਕੀ ਜਿਹੜੇ ਬਾਦਸ਼ਾਹ ਹਨ ਉਹਨਾਂ ਨੂੰ ਸੁਲਤਾਨ ਕਿਹਾ ਜਾਂਦਾ ਹੈ। ਉੱਥੇ ਬਾਦਸ਼ਾਹ ਨੂੰ ਸੁਲਤਾਨ ਲਫ਼ਜ਼ ਦਾ ਨਾਲ ਹੀ, ਤੇ ਜਿਹੜੇ ਤੁਰਕੀ ਦੇ ਬਾਦਸ਼ਾਹ ਨੇ, ਕਿੰਗ ਨੇ, ਉਹਨਾਂ ਨੂੰ ਸੁਲਤਾਨ ਕਿਹਾ ਜਾਂਦਾ ਹੈ। ਇਹ ਜਿਹੜੇ ਵਿਦੇਸ਼ੀ ਮੁਸਲਮਾਨ ਖਾਨਦਾਨੀ ਤੌਰ ਤੇ ਆਪਣੇ ਆਪ ਨੂੰ ਵੱਡਾ ਸਮਝਦੇ ਨੇ, ਉੱਚਾ ਸਮਝਦੇ ਹਨ, ਤੇ ਹਿੰਦੁਸਤਾਨ ਦੇ ਮੁਸਲਮਾਨਾਂ ਨੂੰ ਵੀ ਨੀਵਾਂ ਸਮਝਦੇ ਨੇ। ਇਸ ਇਲਾਕੇ ਦੇ ਜਿਹੜਾ ਮੁਸਲਮਾਨ ਨੇ ਉਹਨਾਂ ਨੂੰ ਨੀਵਾਂ ਮੰਨਦੇ ਨੇ ਵੀ ਸਾਡੀ ਜਿਹੜੇ ਅਸੀਂ ਉੱਚੀ ਜਾਤ ਦੇ ਹਾਂ ਜਾਂ ਉੱਚੇ ਹਾਂ, ਤੇ ਇਹ ਜਿਹੜੇ ਹਨ ਇਹ ਨੀਵੇਂ ਹਨ, ਇਹਨਾਂ ਨੂੰ ਨੀਵਾਂ ਕਰਕੇ ਮੰਨਿਆ ਜਾਂਦਾ ਹੈ। ਤਾਂ ਹਿੰਦੁਸਤਾਨ ਵਿੱਚ ਪਹਿਲਾਂ ਜਿਹੜਾ ਤੁਰਕ ਪਦ ਸੀ ਇਹ ਵਿਦੇਸ਼ੀਆਂ ਦੇ ਲਈ ਹੀ ਵਰਤਿਆ ਜਾਂਦਾ ਸੀ, ਪਰ ਬਾਅਦ ਵਿੱਚ ਜਾ ਕੇ ਇਹ ਮੁਸਲਮਾਨ ਮਾਤਰ ਲਈ ਵੀ, ਆਮ ਮੁਸਲਮਾਨ ਲਈ ਵੀ ਇਹ ਤੁਰਕ ਜਿਹੜਾ ਸੀ ਲਫ਼ਜ਼ ਵਰਤਿਆ ਜਾਣ ਲੱਗ ਪਿਆ। ਜਿਵੇਂ ਕਬੀਰ ਜੀ ਨੇ ਜਿਹੜੀ ਮੈਂ ਪੰਕਤੀ ਪੜ੍ਹੀ ਸੀ, ਹਿੰਦੂ ਤੁਰਕ ਕਹਾਂ ਤੇ ਆਏ, ਕਿਨੇ ਰਾਹ ਚਲਾਈ, ਆਮ ਮੁਸਲਮਾਨ ਲਈ ਵੀ ਤੁਰਕ ਲਫ਼ਜ਼ ਜਿਹੜਾ ਸੀ ਇਹ ਵਰਤਿਆ ਲਾ। ਇਹ ਤੁਰਕਿਸਤਾਨ ਦੇ ਇਲਾਕੇ ਦੇ ਰਹਿਣ ਵਾਲੇ ਜਾਂ ਉਸ ਇਲਾਕੇ ਦੇ ਰਹਿਣ ਵਾਲੇ ਤੁਰਕ ਲੋਕਾਂ ਤੋਂ ਇਹ ਲਫ਼ਜ਼ ਚੱਲਿਆ ਤੇ ਆਮ ਮੁਸਲਮਾਨ ਦੇ ਲਈ ਵੀ ਪ੍ਰਚਲਿਤ ਹੋ ਗਿਆ। ਇਸੇ ਕਰਕੇ ਹੀ ਭਗਤ ਕਬੀਰ ਜੀ ਨੇ 2 ਵਾਰੀ ਇੱਕੋ ਗੁਰੂ ਗ੍ਰੰਥ ਸਾਹਿਬ ਦੇ 477 ਅੰਕ ਤੇ ਆਸਾ ਰਾਗ ਦੇ ਵਿੱਚ ਇਹ ਸ਼ਬਦ ਵਰਤਿਆ ਹੈ, ਸੁਨਤ ਕੀਏ ਤੁਰਕ ਜੇ ਹੋਏਗਾ, ਔਰਤ ਕਾ ਕਿਆ ਕਰੀਏ। ਦੂਜਾ, ਹਿੰਦੂ ਤੁਰਕ ਕਹਾਂ ਤੇ ਆਏ, ਕਿਨ ਇਹ ਰਾਹ ਚਲਾਏ। ਇਹ ਗੁਰੂ ਗ੍ਰੰਥ ਸਾਹਿਬ 'ਚ ਵਰਤੇ ਹੋਏ 2 ਵਾਰੀ ਸ਼ਬਦ ਜਿਹੜਾ ਆਉਂਦਾ ਹੈ, ਜਿਹੜਾ ਵਰਤਿਆ ਇਸਤੇਮਾਲ ਕੀਤਾ ਗਿਆ ਹੈ ਤੁਰਕ ਲਫ਼ਜ਼ ਜਿਹੜਾ ਹੈ। ਇਸ ਤੋਂ ਅੱਗੇ ਆਪਾਂ ਚੱਲਦੇ ਹਾਂ। ਅਗਲਾ ਸ਼ਬਦ ਹੈ ਤੰਤਰ, ਮੰਤਰ ਤੇ ਜੰਤਰ ਦਾ। 3 ਲਫ਼ਜ਼ ਹਨ, ਤੰਤਰ, ਮੰਤਰ ਤੇ ਜੰਤਰ। ਇਹ ਥੋੜਾ ਜਿਹਾ ਆਪਾਂ ਨੂੰ ਯਾਦ ਹੋਵੇ ਤੇ ਜਦੋਂ ਸਿੱਖ ਰਹਿਤ ਮਰਿਆਦਾ ਦਾ ਆਪਾਂ ਜ਼ਿਕਰ ਕੀਤਾ ਸੀ, ਉਹਦੇ ਵਿੱਚ ਵੀ ਇਹ ਸ਼ਬਦ 3 ਆਏ ਸੀ ਗੁਰਮਤਿ ਦੀ ਰਹਿਣੀ ਸਿਰਲੇਖ ਦੇ ਹੇਠ, ਜਿਹਦੇ 'ਚ ਇਹ ਤੰਤਰ, ਮੰਤਰ ਤੇ ਜੰਤਰ 3 ਲਫ਼ਜ਼ ਵੀ ਆਏ ਸਨ। ਤਾਂਤਰਿਕ ਵਿਧੀ ਅਨੁਸਾਰ ਕਿਸੇ ਦੇਵਤੇ ਜਾਂ ਗ੍ਰਹਿ ਦਾ 4 ਕੋਨਾ ਜਾਂ ਗੋਲ ਚੱਕਰ ਜਿਹੜਾ ਹੈ, ਇਸ ਤਰ੍ਹਾਂ ਉਹਨੂੰ ਉਲੀਕ ਕੇ ਉਹਦੇ ਅੰਦਰ ਕੋਈ ਵਿਸ਼ੇਸ਼ ਅੱਖਰ, ਖਾਸ ਅੱਖਰ ਲਿਖ ਕੇ ਮੰਤਰ ਲਿਖ ਦੇਣਾ, ਇਹਨੂੰ ਜੰਤਰ ਕਿਹਾ ਜਾਂਦਾ ਹੈ।
ਕਿਸੇ ਦੇਵਤੇ ਦੀ ਉਸਤਤੀ, ਆਰਾਧਨਾ ਤੇ ਸਿੱਧੀ ਪ੍ਰਾਪਤੀ ਲਈ ਪੜਿਆ ਜਾਣ ਵਾਲਾ ਜਿਹੜਾ ਗੁਪਤ ਸ਼ਬਦ ਹੈ ਉਹਨੂੰ ਮੰਤਰ ਕਿਹਾ ਜਾਂਦਾ ਹੈ। ਇਹ ਮੰਤਰ ਕਹਾਉਂਦਾ ਹੈ। ਤੰਤਰ ਦਾ ਜਿਹੜਾ ਅਖਰੀ ਅਰਥ ਹੈ ਉਹ ਹੈ ਤੰਤਰ ਵਿਸਥਾਰ ਕਰਨਾ ਅਰਥ ਹੁੰਦਾ। ਵੈਸੇ ਤੰਤਰ ਦਾ ਜਿਹੜਾ ਲਫ਼ਜ਼ੀ ਅਰਥ ਹੁੰਦਾ ਹੈ, ਜਿਵੇਂ ਕੁਝ ਖਾਸ ਚੀਜ਼ਾਂ ਜਿਵੇਂ ਸੰਧੂਰ, ਹਲਦੀ, ਦਾਲ, ਚੌਲ ਲੈ ਕੇ ਟੂਣਾ ਕਰਨਾ, ਤੇ ਇਹਨੂੰ ਆਮ ਤੌਰ ਦੇ ਉੱਤੇ ਲਫ਼ਜ਼ ਜਿਹੜਾ ਹੈ ਇਹ ਤੰਤਰ ਵਰਤਿਆ ਜਾਂਦਾ ਹੈ ਉਹਨਾਂ ਦੇ ਲਈ। ਟੂਣਾ ਕਰਨਾ ਇਹ ਤੰਤਰ ਹੈ, ਕਿਉਂਕਿ ਇਹ ਫੈਲਣ ਵਾਲੀਆਂ ਚੀਜ਼ਾਂ ਹਨ। ਹਲਦੀ ਜਿਹੜੀ ਹੈ, ਸੰਧੂਰ, ਇਹਨੂੰ ਇਹਦਾ ਅਰਥ ਵੀ ਵਿਸਥਾਰ ਕਰਨਾ ਹੀ ਹੈ ਤੰਤਰ ਦਾ। ਇਸ ਵਾਸਤੇ ਇਹਦਾ ਨਾਂ ਉਹਨਾਂ ਤੋਂ ਪੈ ਗਿਆ ਤੰਤਰ। ਫੈਲਣ ਵਾਲੀਆਂ ਚੀਜ਼ਾਂ ਜਿਹੜੀਆਂ ਇਹ ਟੂਣੇ 'ਚ ਵਰਤੀਆਂ ਜਾਂਦੀਆਂ ਸੀ। ਇਹ 'ਚ ਨਾਰੀਅਲ ਵੀ ਕਈ ਜਗ੍ਹਾ ਤੇ ਵਰਤਿਆ ਜਾਂਦਾ ਹੈ, ਕਈ ਜਗ੍ਹਾ ਦੇ ਉੱਤੇ ਇਹਦੇ 'ਚ ਹੋਰ ਚੀਜ਼ਾਂ, ਮੌਲੀ ਵੀ ਕਈ ਕੁਛ ਵਰਤਿਆ ਜਾਂਦਾ। ਜਿਹੜੇ ਆਮ ਤੌਰ ਤੇ ਚੁਰਸਤੇ ਦੇ ਵਿੱਚ ਜਿੱਥੇ 4 ਕ੍ਰਾਸ ਕਰਦੀ ਹੈ ਰੋਡ, ਉੱਥੇ ਟੂਣਾ ਜ਼ਿਆਦਾ ਕੀਤਾ ਜਾਂਦਾ ਹੈ। ਤੰਤਰ ਜਿਹੜਾ ਹੈ ਉੱਥੇ ਪੜਿਆ ਜਾਂਦਾ ਹੈ, ਉੱਥੇ ਰੱਖਿਆ ਜਾਂਦਾ ਹੈ। ਇਹ ਤਾਂਤਰਿਕ ਮਤਾਂ ਦੇ ਵਿੱਚ ਜੰਤਰ, ਮੰਤਰ ਤੇ ਤੰਤਰ ਜਿਹੜੇ ਨੇ ਇਹਨਾਂ ਨੂੰ ਵੱਖ-ਵੱਖ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੈ। ਹੋਰ ਮਤ ਵੀ ਜਿਹੇ ਹਨ ਜਿਹੜੇ ਕਰਮਕਾਂਡ ਦੇ ਵਿੱਚ ਫਸੇ ਹੋਏ ਨੇ। ਪਹਿਲੇ ਤਾਂਤਰਿਕ ਲੋਕ ਹੀ ਨਹੀਂ, ਆਮ ਦੁਨੀਆ ਵੀ ਇਸ ਕਰਮਕਾਂਡ ਦੇ ਵਿੱਚ ਫਸੀ ਹੋਈ ਹੈ। ਅਕਸਰ ਦੇਖੋਗੇ ਮੁਸਲਿਮ ਦੁਨੀਆ ਦੇ ਵਿੱਚ ਟੂਣੇ ਤਵੀਤ ਦਾ ਬਹੁਤ ਜ਼ਿਆਦਾ ਰਿਵਾਜ ਹੈ। ਆਮ ਤੌਰ ਤੇ ਅਸੀਂ ਦੇਖਦੇ ਹਾਂ ਬਹੁਤ ਜ਼ਿਆਦਾ ਰਿਵਾਜ ਤਵੀਤਾਂ ਦਾ, ਟੂਣਿਆਂ ਦਾ। ਜਿਹੜੀ ਇੱਕ ਗਲੇ 'ਚ ਲਿਖ ਕੇ ਪਾ ਦੇਣਾ, ਉਹਨੂੰ ਮੰਤਰ ਲਿਖ ਕੇ ਜਿਹੜਾ ਲੈਣਾ, ਉਹਨੂੰ ਜਿਹਨੂੰ ਅਸੀਂ ਰੱਖਿਆ ਵੀ ਕਈ ਵਾਰੀ ਕਹਿ, ਲੋਕ ਕਹਿੰਦੇ ਨੇ ਕਈ ਤਾਂਬੇ ਵਿੱਚ ਢੇਟ ਕੇ ਪਾਉਂਦੇ ਆ। ਅਸਲ 'ਚ ਉਹ ਵੈਸੇ ਉਹਨੂੰ ਮੰਤਰ ਲਿਖ ਕੇ ਦੇਣ ਦਾ ਜਿਹੜਾ ਉਹਨੂੰ ਜੰਤਰ ਹੁੰਦਾ ਹੈ। ਜਿਹੜੇ ਲਿਖ ਕੇ ਦਿੱਤਾ ਉਹਨੂੰ ਜੰਤਰ ਕਿਹਾ ਜਾਂਦਾ ਹੈ। ਉਹ ਜਿਹੜੀ ਚੀਜ਼ ਗਲੇ 'ਚ ਪਾਈ ਜਾਂਦੀ ਉਸ ਤੇ ਜੰਤਰ ਨੂੰ ਉਹਦੇ ਜੰਤਰ ਲਫ਼ਜ਼ ਵਰਤਿਆ ਜਾਂਦਾ ਹੈ। ਜਿਹੜੇ ਫਕੀਰ ਆਮ ਤੌਰ ਤੇ ਲਿਖੇ ਫਕੀਰ ਜਾਂ ਸਿਆਣੇ ਕਿਹਾ ਜਾਣ ਵਾਲੇ ਲੋਕੀ, ਜਿਹੜੇ ਜਿਨ੍ਹਾਂ ਨੂੰ ਸਿਆਣੇ ਕਿਹਾ ਜਾਂਦਾ ਵੀ ਇਹ ਬੜੇ ਸਿਆਣੇ ਨੇ, ਸਿਆਣੇ ਕੋਲ ਚੱਲੀਏ ਜਾਂ ਕਿਸੇ ਕੋਲ ਚੱਲੀਏ, ਉਹ 2-4 ਅੱਖਰ ਜਿਹੜੇ ਲਿਖ ਕੇ ਤੇ ਤਵੀਤ ਦੇ ਵਿੱਚ ਮੜ ਕੇ ਤੇ ਜਿਹੜਾ ਫਸਿਆ ਹੋਵੇ ਵਿਚਾਰਾ ਮੁਸੀਬਤ ਦੇ ਵਿੱਚ, ਉਹਦੇ ਗਲੇ 'ਚ ਪਾ ਦਿੰਦੇ ਵੀ ਤੂੰ ਆਪਾਂ ਗਲੇ 'ਚ ਪਾ ਲਾ, ਜਾਂ ਡੋਲੇ ਨਾਲ ਬੰਨ ਲਾ, ਜਾਂ ਤੜਾਗੀ ਪਾ ਲਾ, ਆਪਣੇ ਲੱਕ ਦੇ ਦੁਆਲੇ ਲਪੇਟ ਲਾ। ਇਸ ਤਰ੍ਹਾਂ ਕਈ ਜਗ੍ਹਾ ਮਤਲਬ ਵੀ ਉਹਨੂੰ ਆਪਣੇ ਬੋਡੀ ਦੇ ਨਾਲ ਰੱਖਣਾ। ਉਹਨਾਂ ਦਾ ਵਿਸ਼ਵਾਸ ਹੈ ਕਿ ਇਹਦੇ ਨਾਲ ਸਾਡੇ ਮਸਲੇ ਹੱਲ ਹੋ ਜਾਂਦੇ। ਪਰ ਗੁਰਮਤਿ ਕਹਿੰਦੀ ਹੈ ਕਿ ਇਹਨਾਂ ਚੀਜ਼ਾਂ ਦੇ ਨਾਲ ਮਨੁੱਖ ਦਾ ਵਿਸ਼ਵਾਸ ਪ੍ਰਭੂ ਤੋਂ ਉੱਠ ਜਾਂਦਾ ਹੈ, ਔਰ ਪ੍ਰਭੂ ਇੱਕ ਐਸੀ ਸ਼ਕਤੀ ਹੈ ਜਿਹੜੀ ਸਾਰਾ ਕੁਝ ਕਰਨ ਦੇ ਸਮਰੱਥ ਹੈ। ਪਰਮਾਤਮਾ ਹੀ ਐਸੀ ਸ਼ਕਤੀ ਹੈ। ਗੁਰਮਤਿ ਜੰਤਰ, ਮੰਤਰ, ਤੰਤਰ ਦੇ ਉੱਤੇ ਬਿਲਕੁਲ ਵਿਸ਼ਵਾਸ ਨਹੀਂ ਕਰਦੀ। ਇਹ ਜੇ ਕੰਮ ਜਦੋਂ ਅਸੀਂ ਕਰਦੇ ਹਾਂ ਤਾਂ ਸਾਡਾ ਪਰਮਾਤਮਾ ਤੋਂ, ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ, ਹੋ ਤਾਂ ਏਕ ਰਮਈਆ ਲੈ ਹੋ, ਆਮ ਦੇਵ ਬਦਲਾਵਨ ਦੇ ਹੋ। ਉਹ ਬਦਲੇ 'ਚ ਸਾਰੇ ਦੇਵਤੇ ਵੀ ਦੇ ਕੇ ਜੇ ਰੱਬ ਮਿਲ ਜਾਏ ਤਾਂ ਕਹਿੰਦੇ ਵੀ ਸਸਤਾ ਸੌਦਾ ਹੈ। ਗੁਰਮਤਿ ਚੀਜ਼ਾਂ ਕਹਿੰਦੀ ਹੈ। ਮਨੁੱਖ ਜਦੋਂ ਇਹਨਾਂ ਚੀਜ਼ਾਂ 'ਚ ਫਸ ਜਾਂਦਾ ਫਿਰ ਅਸਲ ਵਿੱਚ ਜੀਵਨ ਦੇ ਮਾਰਗ ਤੋਂ ਖੁੰਝ ਜਾਂਦਾ ਹੈ। ਜੀਵਨ ਦਾ ਮਾਰਗ ਉਹਦਾ ਟੁੱਟ ਜਾਂਦਾ ਹੈ, ਉਹ ਭਟਕ ਜਾਂਦਾ ਹੈ, ਜੀਵਨ ਦੇ ਮਾਰਗ ਤੋਂ ਭਟਕ ਜਾਂਦਾ ਹੈ। ਉਹਦੀ ਫਿਰ ਜਿਹੜੀ ਸੁਰਤ ਹੈ ਉਹ ਹਮੇਸ਼ਾ ਬਸ ਇਹੋ ਜਿਹੇ ਜਿਹੜੇ ਕਰਮਹੀਨ ਦੇ ਜਿਹੜੇ ਕੰਮ ਨੇ, ਜਿਨ੍ਹਾਂ ਦਾ ਕੋਈ ਫਲ ਹੀ ਨਹੀਂ ਹੈ, ਉਹਨਾਂ ਦੇ ਵਿੱਚ ਫਸ ਕੇ ਰਹਿ ਜਾਂਦੀ ਹੈ। ਤੇ ਜਦੋਂ ਸੁਰਤ ਦਾ ਟਿਕਾਓ ਨਾ ਹੋਵੇ, ਸੁਰਤ ਇਹਨਾਂ ਚੀਜ਼ਾਂ 'ਚ ਫਸੀ ਰਵੇ, ਉਹ ਫਿਰ ਰੱਬ ਦੇ ਨਾਲ ਜੁੜ ਨਹੀਂ ਸਕਦੀ। ਇਸੇ ਵਾਸਤੇ ਹੀ ਗੁਰੂ ਜੀ ਨੇ ਜਾਂ ਗੁਰਬਾਣੀ ਨੇ ਇਹ ਮਨਾ ਕੀਤਾ ਹੈ, ਜਿਹੜਾ ਜੰਤਰ ਮੰਤਰ ਤੰਤਰ ਦਾ ਪਖੰਡ ਜਿਹੜਾ ਹੈ ਉਹਨੂੰ ਮਨਾ ਕੀਤਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਆਸਾ ਰਾਗ ਦੇ ਵਿੱਚ ਇੱਕ ਬਚਨ ਸਾਨੂੰ ਕਰਕੇ ਸਮਝਾਉਂਦੇ ਨੇ, ਅਵਰ ਨਾ ਔਖਦ ਤੰਤ ਨਾ ਮੰਤ, ਹਰ ਹਰ ਸਿਮਰਨ ਕਿਲ ਬਿਖ ਹੰਤਾ। ਅਵਰ ਨਾ ਔਖਦ ਤੰਤ ਨਾ ਮੰਤਾ, ਹਰ ਹਰ ਸਿਮਰਨ ਕਿਲ ਬਿਖ ਹੰਤਾ। ਇਹ ਪ੍ਰਮਾਤਮਾ ਦਾ ਨਾਮ ਹੀ ਇਹ ਸਭ ਕੁਝ ਕਰਨ ਦੇ ਸਮਰੱਥ ਹੈ। ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਗੌੜੀ ਰਾਗ ਦੇ ਵਿੱਚ ਇੱਕ ਜਗ੍ਹਾ ਤੇ ਇਹ ਸਾਨੂੰ ਇਹ ਸਮਝਾਉਂਦੇ ਹਨ, ਔਖਦ ਮੰਤਰ ਤੰਤ ਸਭ ਛਾਰ, ਕਰਨੇ ਹਾਰ ਹਿਰਦੇ ਮੈਂ ਧਾਰ। ਉਹ ਭਲਿਆ ਛੱਡ ਇਹਨਾਂ ਨੂੰ, ਪਖੰਡਾਂ ਨੂੰ, ਇਹਨਾਂ ਨੂੰ ਸੁੱਟ ਦੇ, ਮਿੱਟੀ 'ਚ ਮਿਲਾ ਦੇ। ਉਸ ਕਰਨਹਾਰ ਪ੍ਰਮਾਤਮਾ ਨੂੰ ਯਾਦ ਕਰ, ਉਹਨੂੰ ਯਾਦ ਨੂੰ ਜਿਹਦੇ 'ਚ ਵਸਾ, ਜਿਹਨੇ ਤੈਨੂੰ ਸੰਸਾਰ ਵਿੱਚ ਭੇਜਿਆ ਹੈ, ਜਿਹਨੇ ਤੈਨੂੰ ਬਣਾਇਆ ਹੈ,
ਜਿਹਨੇ ਤੇਰਾ ਇਹ ਕੰਮ ਕੀਤਾ ਹੈ। ਤੋ ਇਹ ਸ਼ਬਦ ਜਿਹੜੇ ਸਾਡੇ ਕੋਲ ਹਨ, ਇਹ ਅਸੀਂ ਜਦੋਂ ਵਿਚਾਰਦੇ ਹਾਂ ਇਹਨਾਂ ਨੂੰ, ਤਾਂ ਸਾਨੂੰ ਕੁਝ ਗੱਲਾਂ ਜਿਹੜੀਆਂ ਨੇ ਗੁਰਮਤਿ ਦੇ ਮੂਲ ਸਿਧਾਂਤ ਵੀ ਸਮਝ ਆਉਂਦੇ ਨੇ। ਇਸ ਤਰ੍ਹਾਂ ਹੀ ਸੰਕੇਤਕ ਸ਼ਬਦਾਵਲੀ ਦੇ ਵਿੱਚ ਕੁਝ ਹੋਰ ਸ਼ਬਦ ਹਨ, 3 ਤਾਪ, 3 ਭੇਦ, ਕਿ 3 ਭੇਦਾਂ ਦਾ ਜ਼ਿਕਰ ਕੀਤਾ ਜਾਂਦਾ ਹੈ। ਤਾਂ ਉੱਥੇ ਸੰਸਾਰ ਦੇ ਪਦਾਰਥਾਂ ਨੂੰ ਇੱਕ ਦੂਜੇ ਨਾਲ ਵੱਖ ਕਰਨ ਵਾਲੀਆਂ ਜਿਹੜੀਆਂ ਭੇਦ ਹਨ, ਉਹਨਾਂ ਨੂੰ 3 ਭੇਦ ਕਿਹਾ ਜਾਂਦਾ ਹੈ, ਮੰਨੇ ਜਾਂਦੇ ਹਨ। ਜਿੱਦਾਂ ਜਿਸ ਜਾਤੀ ਹੈ, ਉਸ ਜਾਤੀ ਵਿਚਲੇ ਭੇਦ ਹੁੰਦੇ ਨੇ, ਪੂਰਬੀ, ਬੰਗਾਲੀ, ਦੱਖਣੀ ਮਨੁੱਖ, ਕਾਬਲੀ, ਅਰਬੀ, ਘੋੜੇ, ਜਿਹੜਾ ਜਾਤੀ ਦਾ ਭੇਦ ਕਰਨ ਵਾਲੇ 3 ਭੇਦ ਜਿਹੜੇ ਇਸਤੇਮਾਲ ਲਫ਼ਜ਼ ਹੋਇਆ। ਫਿਰ ਵਿਜਾਤੀਏ, ਜਿਹੜੀ ਦੂਜੀ ਜਾਤੀ ਦਾ ਭੇਦ ਹੋਵੇ, ਜਿਹਦੇ ਵਿੱਚ ਜਿਵੇਂ ਆਦਮੀ, ਪਸ਼ੂ, ਪੱਥਰ ਤੇ ਰੁੱਖ ਆਦਿ ਇਹਨਾਂ ਦਾ ਜ਼ਿਕਰ ਕੀਤਾ ਹੋਵੇ। ਤੇ ਤੀਜਾ ਲਫ਼ਜ਼ ਜਿਹੜਾ ਆਉਂਦਾ ਹੈ ਉਹ ਹੈ ਸਵਗਤ, ਆਪਣੇ ਸਰੀਰ ਦੇ ਵਿੱਚ ਭੇਦ ਕਰਨ ਵਾਲੇ ਅੰਗ, ਜੇ ਆਪਾਂ ਕਹਿੰਦੇ ਸਿਰ, ਗਰਦਨ, ਹੱਥ, ਪੈਰ, ਸਾਡਾ ਪੇਟ, ਢਿੱਡ, ਪਿੱਠ, ਪੱਟ, ਗੋਡਾ ਤੇ ਕਈ ਹੱਥ, ਉਂਗਲਾਂ, ਇਹ ਸਾਰੇ ਜਿਹੜੇ ਇਹ ਭੇਦ ਨੇ, ਜਿਹੜੇ 3 ਭੇਦਾਂ ਦੀ ਗੱਲ ਜਿਹੜੀ ਕੀਤੀ ਹੈ। ਇਸ ਢੰਗ ਇਹਨਾਂ ਨੇ ਵਿਦਾਨਾਂ ਨੇ ਇਸ ਢੰਗ ਦੇ ਨਾਲ ਇਹਨੂੰ ਵੰਡਿਆ ਹੈ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਤੇਗ ਬਹਾਦਰ ਲਫ਼ਜ਼ ਵੀ ਤੱਤੇ ਤੋਂ ਆਉਂਦਾ, ਜਿਹੜਾ ਇਹ ਆਪਾਂ ਇਹਦੀ, ਕਿਉਂਕਿ ਉਹ ਵੱਖਰੀ ਜ਼ਿੰਦਗੀ ਹੈ, ਉਹਦਾ ਵੱਖਰਾ ਵਿਚਾਰ ਅਸੀਂ ਕਰਾਂਗੇ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨੀ ਕਿਸੇ ਵੇਲੇ ਜਦੋਂ ਵਿਚਾਰੀ ਜਾਏਗੀ। ਤੋ ਤੱਤੇ ਤੋਂ ਜਿਹੜੇ ਸ਼ਬਦ ਆਰੰਭ ਹੁੰਦੇ ਸੀ, ਉਹਦੀ ਸਮਾਪਤੀ ਹੋ ਜਾਂਦੀ ਹੈ। ਹੁਣ ਥੱਥੇ ਤੇ ਉੱਤੇ ਜਿਹੜੇ ਸ਼ਬਦ ਆਰੰਭ ਹੁੰਦੇ ਹਨ, ਉਹਨਾਂ ਦੀ ਆਪਾਂ ਵਿਚਾਰ ਅੱਗੇ ਨੂੰ ਸ਼ੁਰੂ ਕਰਦੇ ਹਾਂ। ਥਿੱਤੀ ਲਫ਼ਜ਼ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ। ਥਿੱਤੀ ਸਿਰਲੇਖ ਵੀ ਹੈ ਬਾਣੀਆਂ ਦਾ। ਜਦੋਂ ਸਮੇਂ ਦੇ ਪੈਮਾਨਿਆਂ ਨੂੰ ਆਧਾਰ ਬਣਾ ਕੇ ਕਾਵਿ ਰਚਨਾ ਕਰਨ ਦਾ ਇੱਕ ਰਿਵਾਜ ਪੁਰਾਣਾ ਹੈ। ਸਮੇਂ ਦੇ ਪੈਮਾਨਿਆਂ ਨੂੰ ਆਧਾਰ ਬਣਾ ਕੇ ਕਾਵਿ ਰਚਨਾ ਕਰਨ ਦਾ ਰਿਵਾਜ ਚੱਲਿਆ ਆਉਂਦਾ ਹੈ। ਇਸੇ ਲੜੀ ਦੇ ਵਿੱਚ ਸਤਵਾਰੇ, ਥਿੱਤੀ, 12ਵਾਂ, ਦਿਨ ਰੈਣ, ਇਹ ਨੂੰ ਅਸੀਂ ਗਿਣ ਸਕਦੇ ਹਾਂ। ਇਹਨਾਂ ਨੂੰ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ, ਜਿਹੜਾ ਸਮੇਂ ਦੇ ਪੈਮਾਨਿਆਂ ਦੇ ਉੱਤੇ ਜਿੱਥੇ ਕਾਵਿ ਰਚਨਾ ਜਿਹੜੀ ਹੈ ਉਹ ਕੀਤੀ ਜਾਵੇ। ਦੇਸੀ ਤਿਥੀਆਂ ਦੇ ਆਧਾਰ ਦੇ ਉੱਤੇ ਲਿਖੀ ਹੋਈ ਕਾਵਿ ਰਚਨਾ ਜਿਹੜੀ ਹੈ ਉਹਨੂੰ ਥਿੱਤ ਕਿਹਾ ਜਾਂਦਾ, ਥਿੱਤੀ ਕਹਾਉਂਦੀ ਹੈ। ਜਿਹੜੀ ਦੇਸੀ ਤੇ ਤਿਥੀਆਂ ਦੇ ਆਧਾਰ ਦੇ ਉੱਤੇ ਲਿਖੀ ਹੋਈ ਜਿਹੜੀ ਰਚਨਾ, ਕਾਵਿ ਰਚਨਾ ਹੁੰਦੀ ਹੈ, ਉਹਨੂੰ ਥਿੱਤੀ ਕਿਹਾ ਜਾਂਦਾ ਹੈ। ਇਹ ਤਿਥੀ ਦਾ ਬਦਲਿਆ, ਤਿਥੀ ਜਿਹੜੀ ਹੁੰਦੀ ਹੈ ਉਹਦਾ ਬਦਲਿਆ ਰੂਪ ਹੈ। ਇਹਦਾ ਐਕਚੁਅਲੀ ਇਹ ਤਿਥੀ ਹੈ, ਤਿਥੀ ਦਾ ਬਦਲਿਆ ਰੂਪ ਥਿੱਤੀ ਹੈ। ਪੰਜਾਬੀ 'ਚ ਬਦਲ ਕੇ ਉਹ ਥਿੱਤੀ ਬਦਲ ਕਿਹਾ ਜਾਂਦਾ ਹੈ। ਦੇਸੀ ਸਾਲ ਦੇ ਮਹੀਨੇ 2 ਤਰ੍ਹਾਂ ਦੇ ਗਿਣੇ ਜਾਂਦੇ ਹਨ, ਇੱਕ ਸੰਗਰਾਂਦੀ ਤੇ ਇੱਕ ਤਿਥੀ। 2 ਤਰ੍ਹਾਂ ਦਾ ਮਹੀਨਾ ਗਿਣਿਆ ਜਾਂਦਾ ਹੈ। ਸੰਗਰਾਂਦੀ ਮਹੀਨੇ ਜਿਹੜੇ ਨੇ ਉਹ ਸੂਰਜ ਦੀ ਚਾਲ ਨਾਲ ਚੱਲਦੇ ਨੇ। ਜਿਵੇਂ ਅਸੀਂ ਸੰਗਰਾਂਦੀਏ ਸਿੱਖ ਹਾਂ, ਵੀ ਸਭ ਮਹੀਨੇ ਬਾਅਦ ਆਉਣਾ, ਅੱਗੇ ਪਿੱਛੇ ਅਸੀਂ ਗੁਰਦੁਆਰੇ ਆਉਣਾ ਨਹੀਂ, ਗੁਰੂ ਘਰ ਜਾਣਾ ਨਹੀਂ। ਇਹ ਸੰਗਰਾਂਦੀਏ ਜਿਹੜੇ ਨੇ ਇਹ ਮਹੀਨੇ ਦੀ ਸੂਰਜ ਦੀ ਚਾਲ ਨਾਲ ਚੱਲਦੇ ਨੇ। ਜਦੋਂ ਸੂਰਜ ਇੱਕ ਰਾਸ਼ੀ ਤੋਂ ਬਦਲ ਕੇ ਦੂਜੀ ਰਾਸ਼ੀ ਵਿੱਚ ਚਲਾ ਜਾਂਦਾ, ਉਦੋਂ ਸੰਕ੍ਰਿਤੀ ਲਫ਼ਜ਼ ਹੈ ਅਸਲ ਵਿੱਚ ਸੰਸਕ੍ਰਿਤ ਦਾ, ਤਾਂ ਉਹਨੂੰ ਸੰਗਰਾਂਦ ਕਿਹਾ ਜਾਂਦਾ। ਤੋ ਇਹਨਾਂ ਦੀ ਜੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਥਿੱਤਾਂ ਜਾਂ ਜਿਹੜੀਆਂ ਥਿੱਤੀਆਂ ਹਨ, ਇਹ ਚੰਦਰਮਾ ਦੇ ਨਾਲ ਸੰਬੰਧ ਰੱਖਦੀਆਂ ਨੇ। ਇਹਨਾਂ ਦਾ ਚੰਦਰਮਾ ਦੇ ਨਾਲ ਸੰਬੰਧ ਹੈ। ਇਹ ਚੰਦਰਮਾ ਦੇ ਉਤਾਰ ਚੜਾਅ ਅਨੁਸਾਰ ਇਹਨਾਂ ਨੂੰ ਗਿਣਿਆ ਜਾਂਦਾ ਹੈ। ਵੱਧਦਾ ਘਟਦਾ, ਚੰਦਰਮਾ ਵਧਣਾ, ਚੰਦਰਮਾ ਘਟਣਾ, ਇਹਨਾਂ ਦੀ ਗਿਣਤੀ 15 ਹੈ। ਕਿਉਂ 15 ਵਧੀ ਤੇ 15 ਸੁਧੀ, ਇਹ ਲਫ਼ਜ਼ ਗਿਣੇ ਜਾਂਦੇ ਨੇ। ਜਦੋਂ ਚੰਦਰਮਾ ਵੱਧਦਾ ਹੈ ਉਹਦੇ ਲਈ ਵਰਤਿਆ ਜਾਂਦਾ ਹੈ, ਘਟਦਾ ਹੈ ਤਾਂ ਉਹਦੇ ਲਈ ਵੀ ਲਫ਼ਜ਼ ਵਰਤਿਆ ਜਾਂਦਾ ਹੈ। ਸੁਧੀ, ਵਿਧੀ, ਇਹ ਜਿਹੜੇ ਵਧੀ, ਇਹ ਲਫ਼ਜ਼ ਉਹ ਵਰਤੇ ਜਾਂਦੇ ਹਨ। ਸੋ ਥਿੱਤੀ ਜਿਹੜੀ ਹੈ ਇਹ ਇੱਕ ਕਾਵਿ ਰੂਪ ਹੈ। ਜਿਹੜੇ ਥਿੱਤੀ ਲਫ਼ਜ਼ ਇੱਕ ਕਾਵਿ ਰੂਪ ਹੈ, ਕਵਿਤਾ ਦਾ ਰੂਪ ਹੈ। ਜਿਵੇਂ ਏਕਮ, ਦੂਜਾ, ਤੇ 15 ਤਿੱਥਾਂ ਦੇ ਆਧਾਰ ਤੇ ਇਹ ਚਲਦੀਆਂ ਹਨ, ਜਿਨ੍ਹਾਂ ਨੂੰ 15 ਤਿੱਥਾਂ ਨੇ ਤੇ 15 ਦੇ ਆਧਾਰ ਤੇ ਇਹ ਕਾਵਿ ਰੂਪ ਨੂੰ ਲਿਖਿਆ ਗਿਆ ਹੈ। ਸੋ ਥਿੱਤੀ ਜਿਹੜਾ ਇਹ ਕਾਵਿ ਰੂਪ ਹੈ, ਜਿਹੜਾ 15 ਤਿੱਥਾਂ ਦੇ ਆਧਾਰ ਤੇ ਚੱਲਦਾ ਹੈ, ਇਹ ਸਭ ਤੋਂ ਪੁਰਾਣਾ ਜਦੋਂ ਮਿਲਦਾ ਇਹਦਾ ਪਿਛੋਕੜ ਵੇਖਦੇ ਆ ਵੀ ਕਿੱਥੋਂ ਚੱਲਦਾ, ਤੇ ਇਹ ਗੋਰਖਨਾਥ ਦੇ ਨਾਂ ਤੋਂ ਚਲਦੀ ਹੋਈ ਨਜ਼ਰ ਆਉਂਦੀ ਹੈ। ਜਦੋਂ 15 ਤਿੱਥਾਂ ਸਭ ਤੋਂ ਪੁਰਾਣੀਆਂ ਜਿਹੜੀਆਂ ਲਿਖੀਆਂ ਮਿਲਦੀਆਂ ਨੇ,
ਗੋਰਖਨਾਥ ਦੇ ਵੇਲੇ ਤੋਂ ਮਿਲਦੀਆਂ, ਜੋ ਸਰੋਤ ਕਹਿੰਦੇ ਰਹੇ ਮਿਲਦੀਆਂ ਨੇ। ਹੋ ਸਕਦਾ ਪੁਰਾਣੀਆਂ ਵੀ ਹੋਣ, ਪਰ ਸਰੋਤਾਂ ਨੇ ਅਜੇ ਤੱਕ ਜੋ ਜਾਣਕਾਰੀ ਦਿੱਤੀ ਹੈ, ਇਹ ਦਿੱਤੀ ਹੈ ਵੀ ਥਿੱਤਾਂ ਗੋਰਖਨਾਥ ਦੇ ਵੇਲੇ ਤੋਂ ਏਦਾਂ ਮਿਲਦੀਆਂ ਸਾਨੂੰ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਭਗਤ ਕਬੀਰ ਜੀ ਨੇ ਤੇ ਗੁਰੂ ਨਾਨਕ ਸਾਹਿਬ ਨੇ, ਗੁਰੂ ਅਰਜਨ ਦੇਵ ਜੀ ਨੇ ਵੀ ਇਸ ਕਾਵਿ ਰੂਪ ਨੂੰ ਇਸਤੇਮਾਲ ਕੀਤਾ ਹੈ। ਥਿੱਤੀ ਸਿਰਲੇਖ ਦੇ ਕੇ ਇਹਦਾ ਕਾਵਿ ਰੂਪ ਲਿਖਿਆ ਹੈ। ਕਬੀਰ ਸਾਹਿਬ ਜੀ ਦੀ ਥਿੱਤੀ ਗੌੜੀ, ਜਿਹੜੀ ਥਿੱਤੀ ਹੈ ਗੌੜੀ ਰਾਗ ਦੇ ਵਿੱਚ ਹੈ ਕਬੀਰ ਸਾਹਿਬ ਜੀ ਦੀ। ਇਹਦੇ ਤਕਰੀਬਨ 16 ਦੇ ਕਰੀਬ ਬੰਦ ਹਨ। ਇਹਦੀ ਵਿਚਾਰ ਆਪਾਂ ਕਰ ਚੁੱਕੇ ਹਾਂ ਕਲਾਸ ਦੇ ਵਿੱਚ, ਗਿਆਨੀ ਅੰਮ੍ਰਿਤਪਾਲ ਸਿੰਘ ਨੇ ਇਹਦੀ ਵਿਚਾਰ ਵੀ ਕੀਤੀ ਹੋਈ ਹੈ। ਤਾਂ ਭਗਤ ਜੀ ਨੇ ਮੱਸਿਆ ਤੋਂ ਲੈ ਕੇ ਪੂਰਨਮਾਸ਼ੀ ਤੱਕ ਦੀ ਰੋਸ਼ਨੀ ਵਿੱਚ ਇਹ ਗੱਲ ਜਿਹੜੀ ਅੱਗੇ ਨੂੰ ਤੋਰੀ ਹੈ। ਅਸਲ ਵਿੱਚ ਹਨੇਰੇ ਤੋਂ ਚਾਨਣ ਵੱਲ ਜਾਣ ਦਾ ਇੱਕ ਢੰਗ ਦੱਸਿਆ ਹੈ ਇਹਨਾਂ ਦੀਆਂ ਉਦਾਹਰਨਾਂ ਦੇ ਕੇ। ਹਾਲਾਂਕਿ ਇਹਨਾਂ ਦਾ ਗੁਰਮਤਿ ਨਾਲ ਕੋਈ ਸੰਬੰਧ ਨਹੀਂ ਹੈ। ਜਿਵੇਂ ਲੋਕ ਇਹ ਗੱਲ ਕਰਦੇ ਨੇ ਪੂਰਨਮਾਸ਼ੀ ਤੋਂ ਮੱਸਿਆ ਤੋਂ ਪੂਰਨਮਾਸ਼ੀ ਦਾ ਸਫ਼ਰ 15 ਦਿਨ ਦਾ ਹੈ, ਗੁਰੂ ਸਾਹਿਬ ਜੀ ਨੇ ਮੱਸਿਆ ਦੇ ਅਗਿਆਨਤਾ ਦੇ ਹਨੇਰੇ ਤੋਂ ਕੱਢ ਕੇ ਗਿਆਨ ਦੀ ਰੋਸ਼ਨੀ ਦੇ ਕੇ ਉਹਨੂੰ ਪੂਰਨਮਾਸ਼ੀ ਦਾ ਗਿਆਨ, ਕਿ ਪੂਰਨਮਾਸ਼ੀ ਲਫ਼ਜ਼ ਵਰਤਿਆ ਵੀ ਗੁਰੂ ਦਾ ਜਦੋਂ ਫੁੱਲ ਗਿਆਨ ਚੰਦਰਮਾ ਪ੍ਰਗਟ ਹੋ ਜਾਂਦਾ ਹੈ, ਗਿਆਨ ਰੂਪੀ ਚੰਦਰਮਾ ਅੰਦਰ ਪੈਦਾ ਹੋ ਜਾਂਦਾ, ਉਹਦੀ ਰੋਸ਼ਨੀ ਹੈ, ਗੁਰੂ ਸਾਹਿਬ ਜੀ ਨੇ ਉਹਦੇ ਲਈ ਇਸਤੇਮਾਲ ਕੀਤਾ। ਪਰ ਅਸੀਂ ਪੂਰਨਮਾਸ਼ੀ, ਮੱਸਿਆ, ਇਹਨਾਂ ਥਿੱਤਾਂ, ਵਹਿਮਾਂ, ਭਰਮਾਂ, ਆ ਦੇਖ ਲਓ ਤੁਸੀਂ, ਥਿੱਤਾਂ ਦਾ ਹੀ ਸਾਰਾ ਚੱਕਰ ਪਿਆ ਹੋਇਆ। ਇਹ ਕਦੀ ਦੀਵਾਲੀ 17 ਦਿਨ ਅੱਗੇ ਹੋ ਜਾਂਦੀ ਹੈ, ਕਦੀ 18 ਦਿਨ ਪਿੱਛੇ ਹੋ ਜਾਂਦੀ ਹੈ, ਕਦੀ ਗੁਰੂ ਨਾਨਕ ਸਾਹਿਬ ਦਾ ਪੁਰਬ ਜਿਹੜਾ ਹੈ ਨਵੰਬਰ ਦੇ ਅਖੀਰ ਚਲਾ ਗਿਆ ਐਤਕੀ, ਅਗਲੇ ਸਾਲ ਨੂੰ ਥੱਲੇ ਨੂੰ ਆ ਜਾਏਗਾ, 17 ਦਿਨ ਥੱਲੇ ਹੋ ਜਾਏਗਾ। ਤੋ ਇਹ ਥਿੱਤਾਂ ਨੇ ਹੀ ਗੇੜਾ ਪਾਇਆ ਹੋਇਆ, ਜਦ ਕਿ ਗੁਰਮਤਿ ਦਾ ਇਹਨਾਂ ਚੀਜ਼ਾਂ ਨਾਲ ਕੋਈ ਲੈਣਾ ਦੇਣਾ ਹੈ ਨਹੀਂ ਸੀ। ਮੂਲ ਨਾਨਕਸ਼ਾਹੀ ਕੈਲੰਡਰ ਜੋ 2003 ਦੇ ਵਿੱਚ ਲਾਗੂ ਹੋਇਆ ਸੀ, ਉਹਦੇ ਵਿੱਚ ਕਮ ਸੇ ਕਮ ਇਹ ਤੋਂ ਸਿੱਖਾਂ ਦੀ ਜਾਨ ਛੁਡਾ ਦਿੱਤੀ ਗਈ ਸੀ। ਪਰ ਕਿਉਂਕਿ ਅਸੀਂ ਦੂਜੇ ਲਫ਼ਜ਼ਾਂ 'ਚ ਕਹਿ ਲਓ ਚੰਗੀ ਚੀਜ਼ ਸਾਨੂੰ ਹਜ਼ਮ ਨਹੀਂ ਹੁੰਦੀ, ਤੇ ਜਲਦੀ ਅਸੀਂ ਉਹਨਾਂ ਦੇ ਪੇਟ ਵਿੱਚ ਜਾ ਵੜੇ, ਜਿਨ੍ਹਾਂ ਚੋਂ ਨਿਕਲਣਾ ਵੀ ਸਾਨੂੰ ਔਖਾ ਹੋ ਗਿਆ। ਇਹ ਕਹਿ ਸਕਦੇ ਗੁਰੂ ਸਾਹਿਬ ਨੇ ਸਿਰਲੇਖ ਤਾਂ ਵਰਤਿਆ, ਜਦੋਂ ਭਗਤ ਕਬੀਰ ਜੀ ਦੀ ਗੱਲ ਕਰਦੇ ਆ ਤਾਂ ਉਹਨਾਂ ਨੇ ਮੱਸਿਆ ਤੋਂ ਇਹ ਰੋਸ਼ਨੀ ਵੱਲ ਚ ਪੂਰਨਮਾਸ਼ੀ ਦੀਆਂ ਇਹ ਥਿੱਤਾਂ ਦਾ ਜ਼ਿਕਰ ਕਰਕੇ ਲਿਖਿਆ ਕਿੱਦਾਂ, ਜਦੋਂ ਸਾਡੀ ਮਨ ਮਾਇਕ ਹਨੇਰੇ ਦੇ ਵਿੱਚੋਂ ਨਿਕਲ ਕੇ ਪਰਮਾਤਮਾ ਦੇ ਪ੍ਰਕਾਸ਼ ਵੱਲ ਨੂੰ ਵੱਧਦਾ, ਤੇ ਜਦੋਂ ਜਿਵੇਂ ਚੰਦਰਮਾ ਪੂਰਨ ਦੂਰ ਤੇ ਜਗ ਪੈਂਦਾ ਹੈ, ਇਸੇ ਤਰ੍ਹਾਂ ਗਿਆਨ ਦਾ ਅੰਦਰ ਲਟਲਟ ਕਰਦਾ ਦੀਵਾ ਬਾਲ ਉੱਠਦਾ ਹੈ। ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਥਿੱਤੀ ਬਿਲਾਵਲ ਰਾਗ ਦੇ ਵਿੱਚ ਲਿਖੀ ਹੈ, ਜਿਹਦੇ ਕੋਲ 20 ਬੰਦ ਹਨ ਉਸ ਥਿੱਤੀ ਬਾਣੀ ਦੇ। ਤੇ ਉਸ ਦੀ ਵਿਚਾਰਧਾਰਾ ਵੀ ਜਿਹੜਾ ਸੈਂਟਰਲ ਆਈਡੀਆ ਹੈ, ਉਹ ਸਸੀਅਰ ਗਗਨ ਜੋਤ ਤੇ ਲੋਈ, ਕਰ ਕਰ ਵੇਖੇ ਕਰਤਾ ਸੋਈ, ਇਹਨਾਂ ਪੰਕਤੀਆਂ ਦੇ ਉੱਤੇ ਇਹ ਟਿਕਿਆ ਹੋਇਆ ਹੈ ਵੀ ਜੋ ਕਰਤਾ ਕਰਕੇ ਵੇਖਦਾ, ਸ੍ਰਿਸ਼ਟੀ ਰਚਦਾ, ਸ੍ਰਿਸ਼ਟੀ ਦੇਖਦਾ, ਇਹ ਸਸੀਅਰ, ਇਹ ਗਗਨ, ਇਹ ਸਾਰਾ ਜਿਹੜੀ ਖੇਡਾਂ ਹਨ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਨੇ। ਔਰ ਇਹ ਜਿਹੜਾ ਸੰਸਾਰ ਦਾ ਇਹ ਵਿੱਚ ਗਿਆਨ ਵੀ ਹੈ, ਹਨੇਰਾ ਵੀ ਹੈ, ਗੁਰੂ ਸਾਹਿਬ ਜੀ ਨੇ, ਗੁਰੂ ਅਰਜਨ ਦੇਵ ਮਹਾਰਾਜ ਨੇ ਬਿਲਾਵਲ ਰਾਗ ਦੇ ਵਿੱਚ ਜਿਹੜੀ ਥਿੱਤੀ ਲਿਖੀ, ਉਸ ਬਾਣੀ ਤੇ ਸਾਰਾ ਕੁਝ ਉਹਦੇ ਚ ਜ਼ਿਕਰ ਕੀਤਾ ਹੈ। ਤਾਂ ਗੁਰੂ ਅਰਜਨ ਦੇਵ ਜੀ ਦੀ ਰਚੀ ਥਿੱਤੀ ਗੌੜੀ ਵਿੱਚ ਇਹ ਜਿਹੜੀਆਂ ਹਨ, ਉਹ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਥਿੱਤੀ ਉਹਦੀਆਂ 20 ਪੌੜੀਆਂ, ਤੇ ਜਿਹੜੀ ਭਗਤ ਕਬੀਰ ਜੀ ਦੀ ਥਿੱਤੀ ਸੀ ਆਪਾਂ ਦੇਖਿਆ ਉਹਦੀਆਂ 15 ਪੌੜੀਆਂ, 16 ਉਹਦੇ 16 ਬੰਦ ਸੀ, ਤੇ ਗੁਰੂ ਨਾਨਕ ਸਾਹਿਬ ਦੇ ਲਿਖੇ ਹੋਏ ਦੇ 20 ਬੰਦ ਹਨ। ਤੇ ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਦੀ ਥਿੱਤੀ ਗੌੜੀ ਰਾਗ ਚ ਲਿਖੀ ਹੈ, ਉਹਦੀਆਂ 17 ਬੰਦ ਹਨ। ਉਹਦੇ 17 ਬੰਦ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦੇ ਹਨ, ਜਾਂ 17 ਪੌੜੀਆਂ ਜਿਹੜੀਆਂ ਥਿੱਤੀ ਦੀਆਂ ਸਾਨੂੰ ਮਿਲਦੀਆਂ ਹਨ। ਤਾਂ ਅਸਲ ਵਿੱਚ ਗੁਰੂ ਸਾਹਿਬ ਜੀ ਨੇ ਚੱਲੀਆਂ ਆਉਂਦੀਆਂ ਜਿਹੜੀਆਂ ਰਵਾਇਤਾਂ ਸਨ, ਜਿਨ੍ਹਾਂ ਨੂੰ ਲੋਕ ਭਰਮ ਤੇ ਵਹਿਮ ਕਰਕੇ ਮੰਨਦੇ ਸੀ, ਸਤਿਗੁਰੂ ਜੀ ਨੇ ਅਗਿਆਨਤਾ ਤੋਂ ਗਿਆਨ ਦੇ ਵੱਲ ਦਾ ਸਫ਼ਰ ਜਿਹੜਾ ਹੈ, ਇਹ ਥਿੱਤਾਂ ਦੇ ਨਾਮ ਇਸ ਤਰ੍ਹਾਂ ਵਰਤ ਕੇ, ਜਾਂ ਏਕਮ ਦੂਜਾ ਜਾਂ ਤੀਜੇ ਦੀ ਗੱਲ ਕਰਕੇ, ਜਾਂ ਚੌਥੀ ਦੀ ਗੱਲ ਕਰਕੇ, ਉਹ ਸਾਨੂੰ ਗਿਆਨ ਦੇ ਰੋਸ਼ਨੀ ਜਿਹੜੀ ਸੀ ਉਹ ਦੇਣ ਦਾ ਇੱਕ ਉਪਰਾਲਾ ਕੀਤਾ ਹੈ। ਤੇ ਸਤਿਗੁਰੂ ਜੀ ਨੇ ਇਸ ਵਾਸਤੇ ਇਹਨਾਂ ਦੇ ਸਿਰਲੇਖ ਉਹੀ ਵਰਤੇ, ਲੇਕਿਨ ਉਹਦੇ ਵਿੱਚ ਸਿੱਖਿਆ ਜਿਹੜੀ ਸੀ ਉਹ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਗਿਆਨ ਦੀ ਰੋਸ਼ਨੀ ਦਾ ਉੱਤੇ ਲੈ ਕੇ ਚੱਲੇ ਜਾਂਦੇ। ਤੇ ਥਿੱਤੀ ਬਾਣੀ ਦਾ ਸਿਰਲੇਖ ਅੱਗੇ 10 ਦਿਸ਼ਾ ਵੀ ਲਫ਼ਜ਼ ਗੁਰੂ ਵਰਤਿਆ ਹੈ, ਦੱਦੇ ਲਫ਼ਜ਼ ਤੋਂ ਅਸੀਂ ਅੱਗੇ ਨੂੰ ਤੁਰਦੇ ਹਾਂ। ਜੇ ਥਿੱਤਾਂ ਦੀ ਗੱਲ ਹੋਰ ਵੀ ਅਸੀਂ ਕਰਨੀ ਹੋਵੇ, ਉਹਦੀ ਵੀ ਇੱਕ ਲੰਬੀ ਵਿਚਾਰ ਵੀ ਸਾਡੇ ਕੋਲ ਹੈ,
ਵੀ ਥਿੱਤੀ ਕਬੀਰ ਜੀ ਦੀ ਗੱਲ ਕਰਾਂਗੇ। ਗੌੜੀ ਰਾਗ ਦੇ ਵਿੱਚ ਬਾਣੀ ਹੈ 15 ਥਿੱਤੀ ਦੇ 7 ਵਾਰ, ਕਹੇ ਕਬੀਰ ਉਰਵਾਰ ਨਾ ਪਾਰ, ਸਾਧਕ ਸਿੱਧ ਲਖੇ ਜੇ ਭਿਓ, ਆਪੇ ਕਰਤਾ ਆਪੇ ਦਿਓ। ਇੱਥੇ ਜਾ ਕੇ ਇਹ ਮੁੱਢਲਾ ਸ਼ਲੋਕ ਜਿਹੜੇ ਹਨ ਉਹ ਇੱਥੋਂ ਸ਼ੁਰੂ ਹੁੰਦਾ ਹੈ। ਤੇ ਇਹ ਬਾਣੀ ਜਿਹੜੀਆਂ ਪੌੜੀਆਂ ਦੇ ਵਿੱਚ ਲਿਖੀ ਹੋਈ ਮਿਲਦੀ ਹੈ। ਤੇ ਇਹ ਬਾਣੀ ਏਕਮ ਦੂਜ ਤੀਜ ਰਾਈ ਅੱਗੇ ਵੱਧਦੀ ਜਾ ਕੇ ਪੁਨਿਓ ਤੱਕ ਜਾ ਕੇ ਮਤਲਬ ਪੂਰਨਮਾਸ਼ੀ ਤੱਕ ਪਹੁੰਚ ਜਾਂਦੀ ਹੈ। ਤੇ ਜਿੱਥੇ ਪੁਨਿਆ ਦਾ ਜ਼ਿਕਰ ਆਉਂਦਾ ਉੱਥੇ ਸਤਿਗੁਰੂ ਜੀ ਭਗਤ ਕਬੀਰ ਜੀ ਇਹਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ, ਪੁਨਿਓ ਪੂਰਾ ਚੰਦ ਆਕਾਸ਼, ਪਸਰਿਓ ਕਲਾਸ ਸਹਿਜ ਪ੍ਰਗਾਸ, ਆਦ ਮਦ ਅੰਤ ਹੋਏ ਰਿਹਾ ਤੀਰ, ਸੁਖ ਸਾਗਰ ਵੈ ਰਮੈ ਕਬੀਰ। ਇਹ 16ਵੀਂ ਲਾਸਟ ਜਿਹੜੀ ਹੈ ਬੰਦ ਹੈ ਇਸ ਰਚਨਾ ਦਾ, ਜੋ ਭਗਤ ਕਬੀਰ ਜੀ ਨੇ ਥਿੱਤੀ ਗੌੜੀ ਦੇ ਸਰਲੇਖ ਹੇਠ ਲਿਖੀ ਹੈ। ਇਹ ਬਾਣੀ ਜਿਹੜੀ ਚੌਪਈ ਮਤਲਬ 4 ਲਾਈਨਾਂ ਵਾਲੇ ਇਸ ਤਰ੍ਹਾਂ ਬੰਦ ਜਿਹੜੇ ਨੇ ਉਹ ਲਿਖੇ ਨੇ, ਇਹਨੂੰ ਚੌਪਈ ਛੰਦ ਵੀ ਕਿਹਾ ਜਾਂਦਾ ਹੈ। 14-15 ਮਾਤਰਾ ਜਿਹੜੀਆਂ ਹਨ ਇਹਨਾਂ ਦੇ ਵਿੱਚ, ਉਸ ਤੋਂ ਬਾਅਦ ਫਿਰ ਪੂਰਾ ਵਿਸਰਾਮ ਆ ਜਾਂਦਾ ਹੈ। ਇਹ ਲਿਖਣ ਦਾ ਢੰਗ ਜੋ ਹੈ ਇਹਦੇ ਵਿੱਚ ਰਹਾਉ ਦੀਆਂ ਪੰਕਤੀਆਂ ਜਿਹੜੀਆਂ ਨੇ ਉਹ ਮੱਸਿਆ ਵਾਲੀ ਪਹਿਲੀ ਪੌੜੀ ਤੋਂ ਬਾਅਦ ਵਿੱਚ ਆਉਂਦੀਆਂ ਨੇ ਇਸ ਬਾਣੀ ਦੇ ਵਿੱਚ। ਤੇ ਇਹਨਾਂ ਪੰਕਤੀਆਂ ਵਿੱਚ ਬਾਣੀ ਦਾ ਤੱਤਸਾਰ ਜਿਹੜਾ ਹੈ ਉਹ ਦਿੱਤਾ ਗਿਆ ਹੈ। ਜਿਹੜੀ ਰਹਾਉ ਦੀ ਪੰਕਤੀ ਹੈ, ਜਿਹੜੀ ਭਗਤ ਕਬੀਰ ਜੀ ਦੀ ਲਿਖੀ, ਚਰਨ ਕਮਲ ਗੋਬਿੰਦ ਰੰਗ ਲਾਗਾ, ਸੰਤ ਪ੍ਰਸਾਦ ਭੈ ਮਨ ਨਿਰਮਲ, ਹਰ ਕੀਰਤਨ ਮੈਂ ਅੰਦਿਨ ਜਾਗਾ। ਇਹ ਉਹਦੀ ਰਹਾਉ ਦੀ ਪੰਕਤੀ ਹੈ ਜਿਹੜੀ ਭਗਤ ਕਬੀਰ ਜੀ ਦੀ। ਸਪਸ਼ਟ ਹੋ ਗਿਆ ਇੱਥੋਂ ਹਨੇਰੇ ਤੋਂ ਚਾਨਣ ਵੱਲ ਦਾ ਸਫ਼ਰ ਜਿਹੜਾ ਹੈ ਤਿੰਨ ਰਾਹੀਂ ਲਿਖਿਆ ਗਿਆ। ਜਿਹੜੇ ਥਿੱਤੀ ਗੌੜੀ ਮਹਿਲਾ 5ਵਾਂ ਸਰਲੇਖ ਹੈ, ਇਹ ਵੀ ਆਪਾਂ ਦੇਖਦੇ ਹਾਂ ਵੀ 7 ਬਾਰੇ 12 ਮਾਹ 52 ਅੱਖਰੀ ਤੇ ਜਿਸ ਤਰ੍ਹਾਂ ਬਾਣੀਆਂ ਲਿਖੀਆਂ ਸੀ ਇਸੇ ਤਰ੍ਹਾਂ ਹੀ ਇਹ ਥਿੱਤੀ ਗੌੜੀ ਜਿਹੜੀ ਹੈ ਇਹ ਇੱਕ ਲੋਕਪ੍ਰਿਯ ਕਾਵਿ ਜਿਹੜਾ ਇਹਨੂੰ ਕਿਹਾ ਜਾਂਦਾ ਹੈ ਜਾਂ ਕਿਹਾ ਰਚਿਆ ਜਾਂਦਾ ਹੈ। ਇਹਦੇ ਵਿੱਚ ਚੰਦਰਮਾ ਦੇ ਫਿਰ ਵਧਣ ਨਾਲ ਜੁੜੀਆਂ ਥਿੱਤਾਂ ਦੇ ਵੇਰਵਿਆਂ ਨੂੰ ਕਾਵਿਬੰਦ ਕਰਕੇ ਇਹ ਪਰੰਪਰਾ ਜਿਹੜੀ ਹੈ ਉਹ ਬਣੀ ਹੋਈ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੱਲ ਕੀਤੀ ਹੈ ਉਹ ਇੱਕੋ ਹੀ ਗੱਲ ਕੀਤੀ ਵੀ ਜਲ ਥਲ ਮਈਲ ਪੂਰਿਆ ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਇੱਕ ਓਂਕਾਰ। ਇਹ ਮੁੱਖ ਭਾਵ ਜਿਹੜਾ ਹੈ ਇਸ ਬਾਣੀ ਦਾ ਇਹਦੇ ਵਿੱਚ ਹੈ। ਇਸੇ ਤਰ੍ਹਾਂ ਹੀ ਇਹ ਬਾਣੀ ਵੀ ਏਕਮ ਤੋਂ ਚੱਲਦੀ, ਜਿੱਦਾਂ ਪਹਿਲੀ ਥਿੱਤ ਤੋਂ ਚੱਲਦੀ ਤੇ ਅਖੀਰ ਸਤਿਗੁਰੂ ਪਾਤਸ਼ਾਹ ਜੀ ਜਦੋਂ ਇਹਦੇ ਵੀ ਦੱਸਦੇ ਨੇ ਅਸ਼ਟਮੀ ਜਿਹੜੀ ਹੈ ਉਹਦੇ ਚ ਜਦੋਂ ਜਾ ਕੇ ਅੱਗੇ ਜਾ ਕੇ ਵੀ ਜਦੋਂ ਪ੍ਰਮਾਤਮਾ ਦੀ ਸ਼ਰਨ ਵਿੱਚ ਜਾਂ ਗੁਰੂ ਦੀ ਸ਼ਰਨ ਵਿੱਚ ਜਾ ਕੇ ਪ੍ਰਮਾਤਮਾ ਦਾ ਸਿਮਰਨ ਕਰੀਏ ਤਾਂ 9 ਜਿਹੜੀਆਂ ਸਿੱਧੀਆਂ ਜਿਹੜੀਆਂ ਹਨ ਉਹ ਮਗਰ ਤੁਰੀਆਂ ਫਿਰਦੀਆਂ ਹਨ। ਉਹਦੇ ਚ ਵੀ ਗੱਲ ਹੁੰਦੀ, ਜਿਵੇਂ ਗੁਰੂ ਅਮਰਦਾਸ ਜੀ ਨੇ ਵੀ ਲਿਖਿਆ, ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਇਸ ਤਰ੍ਹਾਂ ਇਸ ਬਾਣੀ ਦੇ ਵਿੱਚ ਵੀ ਸਾਨੂੰ ਇਹ ਗੱਲ ਸਾਡੀ 8ਵੀਂ ਪੌੜੀ ਦੇ ਵਿੱਚ ਇਸ ਤਰ੍ਹਾਂ ਦੀ ਦਰਸਾਈ ਗਈ ਹੈ। ਤਾਂ 9ਵੀਂ ਤੋਂ ਬਾਅਦ ਫਿਰ ਇੰਦਰੀਆਂ ਦਾ 9 ਦਰਵਾਜ਼ੇ ਦੇ 9 ਇੰਦਰੀਆਂ ਦਾ ਜਿਹੜਾ ਹੈ ਉਹ ਸਰਲੇਖ ਕੀਤਾ ਗਿਆ। ਜਿਹੜੀਆਂ ਇੰਦਰੀਆਂ ਪ੍ਰਭੂ ਤੋਂ ਬੇਮੁਖ ਹੋ ਕੇ, ਪ੍ਰਮਾਤਮਾ ਤੋਂ ਬੇਮੁਖ ਹੋ ਕੇ ਮਾਇਆ ਵਿੱਚ ਗਲਤਾਨ ਹੋ ਜਾਂਦੀਆਂ ਨੇ, ਮਾਇਆ 'ਚ ਫਸ ਜਾਂਦੀਆਂ ਹਨ, ਉਹਨਾਂ ਦੇ ਕਾਬੂ ਪਾਉਣ ਦੀ ਹਦਾਇਤ ਕੀਤੀ ਗਈ, ਕਾਬੂ ਪਾਉਣ ਦੀ ਜੁਗਤੀ ਕੀਤੀ ਗਈ। ਤੇ ਇਸੇ ਤਰ੍ਹਾਂ ਇਹ ਜਿਹੜਾ 10ਵਾਂ ਉਹਦਾ 10ਵੀਂ ਜਿਹੜੀ ਥਿੱਤ ਆਉਂਦੀ ਹੈ, 10ਵੀਂ ਥਿੱਤ ਵਿੱਚ 10 ਦੁਆਰਾਂ, 2 ਕੰਨ, 2 ਅੱਖ, 2 ਨਾਸਾਂ, ਮੂੰਹ ਤੇ ਗੁੱਦਾ, ਲਿੰਗ ਤੇ ਮਨ, ਇਹਨਾਂ ਦੀ ਗੱਲ ਜਿਹੜਾ ਹੈ ਉਹ ਜ਼ਿਕਰ ਕੀਤਾ। ਮਨ ਦੇ ਵਾਸ ਵਿੱਚ ਕਾਬੂ ਕਰਨ ਦੀ ਗੱਲ ਜਿਹੜੀ ਸੀ ਉਹ ਸਮਝਾ ਦਿੱਤੀ। ਇਸੇ ਤਰ੍ਹਾਂ ਇਹ ਬਾਣੀ ਜਿਹੜੀ ਹੈ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਲਿਖੀ ਹੋਈ ਸਾਨੂੰ ਥਿੱਤੀ ਗੌੜੀ ਜਿਹਨੂੰ ਅਸੀਂ ਕਹਿੰਦੇ ਉਹ ਮਿਲਦੀ ਹੈ। ਤਾਂ ਇਹ ਜਦੋਂ ਅਸੀਂ ਥਿੱਤਾਂ ਦੀ ਗੱਲ ਕਰਦੇ ਹਾਂ, ਗੁਰੂ ਸਾਹਿਬ ਜੀ ਨੇ ਭਰਮਾਂ ਵਹਿਮਾਂ ਪਖੰਡਾਂ ਤੋਂ ਬਾਹਰ ਕੱਢ ਕੇ ਸਾਨੂੰ ਇਹ ਬਾਣੀਆਂ ਰਚੀਆਂ ਸੀ। ਇਹ ਪਖੰਡਾਂ ਤੋਂ ਬਾਹਰ ਕੱਢ ਕੇ ਜਾਂ ਬਾਹਰ ਕੱਢਣ ਦੇ। ਖੈਰ ਇਹ ਅਗਲੀ ਗੱਲ ਨੂੰ ਆਪਾਂ ਅੱਗੇ ਤੋਰੀਏ, ਥੋੜਾ ਜਿਹਾ ਹੋਰ ਅੱਗੇ ਨੂੰ ਚੱਲੀਏ, ਦੱਦੇ ਅੱਖਰ ਤੋਂ ਜਿਹੜੇ ਕੋਈ ਸ਼ਬਦ ਮਿਲਦੇ ਹਨ ਉਹਨਾਂ ਦੀ ਵਿਚਾਰ ਕਰਦੇ ਹਾਂ। ਪਹਿਲਾ ਹੈ 10 ਦਿਸ਼ਾ। ਦਸੇ ਦਿਸ਼ਾ ਰਵਿਆ ਪ੍ਰਭ ਏਕ, ਧਰਨ ਆਕਾਸ਼ ਸਭ ਮੈਂ ਪ੍ਰਭ ਪੇਖ। ਇਹ ਸਾਨੂੰ ਗੁਰਬਾਣੀ ਦੀ ਪੰਕਤੀ ਮਿਲਦੀ ਹੈ। 10 ਦਿਸ਼ਾ ਕਿਹੜੀਆਂ ਹੋ ਗਈਆਂ? ਪੂਰਬ, ਪੱਛਮ, ਉੱਤਰ, ਦੱਖਣ, ਇਹ 4 ਹੋ ਗਈਆਂ। 4 ਦਿਸ਼ਾਵਾਂ ਤੋਂ ਹੋਰ ਜਿਹੜੀਆਂ ਉਪ ਦਿਸ਼ਾਵਾਂ ਮੰਨੀਆਂ ਜਾਂਦੀਆਂ ਨੇ, ਇਹਨਾਂ ਦੇ ਕਾਰਨਰ ਉੱਤਰ, ਪੂਰਬ ਤੇ ਇਹਦੇ ਵਿਚਕਾਰ ਦਾ ਇਲਾਕਾ, ਉੱਤਰ ਪੱਛਮ ਦੇ ਵਿਚਕਾਰ, ਜਿਹਨੂੰ ਇੱਕ ਨੂੰ ਈਸਾਨ ਕਿਹਾ ਜਾਂਦਾ ਹੈ, ਇੱਕ ਨੂੰ ਵਾਯਵੀ ਕਿਹਾ ਜਾਂਦਾ ਹੈ,
ਇੱਕ ਨੂੰ ਨੈਰਤ ਕਿਹਾ ਜਾਂਦਾ ਹੈ, ਇੱਕ ਨੂੰ ਅਗਨ ਕੌਣ ਮੰਨਿਆ ਕਿਹਾ ਜਾਂਦਾ ਹੈ, ਜਿਹੜੇ ਵਿਚਲੇ ਇਲਾਕੇ ਨੇ। 4 ਤੇ 4 8 ਤੇ ਇੱਕ ਪਤਾਲ ਤੇ ਇੱਕ ਆਕਾਸ਼, ਇਹ 10 ਤਰ੍ਹਾਂ ਦੇ 10 ਦਿਸ਼ਾਵਾਂ, ਇੱਕ ਉੱਪਰ ਨੂੰ ਇੱਕ ਥੱਲੇ ਨੂੰ, 4 ਸਾਈਡਾਂ 4 ਕੋਨੇ, ਇਹ ਦਸੇ ਦਿਸ਼ਾ ਰਵਿਆ ਪ੍ਰਭ ਏਕ, ਧਰਨ ਆਕਾਸ਼ ਸਭ ਮੈਂ ਪ੍ਰਭ ਦੇਖ। ਇਹ ਪ੍ਰਮਾਤਮਾ ਦੀ ਸਰਵ ਵਿਆਪਕਤਾ ਜ਼ਿਕਰ ਜਿਹੜਾ ਹੈ ਉਹ ਸਾਨੂੰ ਮਿਲਦਾ ਗੌੜੀ ਰਾਗ ਦੇ ਵਿੱਚ, ਇਹ ਲਫ਼ਜ਼ ਵਰਤੇ ਗਏ ਹਨ। ਇੱਕ ਆਮ ਸ਼ਬਦ ਵਰਤਿਆ ਜਾਂਦਾ 10ਵਾਂ ਦੁਆਰ। ਇਹ ਸ਼ਬਦ ਜਿਹੜਾ ਆਮ ਸਾਡੇ ਖਾਸ ਕਰਕੇ ਅਧਿਆਤਮਕਵਾਦ ਵਿੱਚ ਸ਼ਬਦ ਦਾ ਇਸਤੇਮਾਲ ਬੜਾ ਹੁੰਦਾ। ਜਿੱਥੇ ਅਧਿਆਤਮਕਵਾਦ ਦੀ ਗੱਲ ਆਏਗੀ ਉੱਥੇ 10ਵੇਂ ਦੁਆਰ ਦੀ ਗੱਲ ਵੀ ਨਾਲ ਕੀਤੀ ਜਾਂਦੀ ਹੈ। ਜਿਹੜੇ ਸਰੀਰ ਦੇ 9 ਇੰਦਰੀ ਨੇ, ਜਿਨ੍ਹਾਂ ਰਾਹੀਂ ਅਸੀਂ ਗਿਆਨ ਪ੍ਰਾਪਤ ਕਰਦੇ ਹਾਂ ਜਾਂ ਕੋਈ ਕਰਮ ਕਰਦੇ ਹਾਂ, ਇਹ ਦੋ ਕੰਨ, 2 ਅੱਖਾਂ, 2 ਨੱਕ, ਮੂੰਹ, ਗੁਦਾ, ਲਿੰਗ, ਇਹਨਾਂ ਨੂੰ 9 ਦੁਆਰੇ ਜਾਂ 9 ਗੋਲਕਾਂ ਜਾਂ 9 ਦਰਵਾਜ਼ੇ, ਇਹ ਕਈ ਕੋਈ ਜਿਹੜੇ ਹਨ ਨਾਂ ਜਿਹੜੇ ਮਿਲਦੇ ਹਨ। ਜਿਵੇਂ ਗੁਰਬਾਣੀ 'ਚ ਇੱਕ ਗੁਰੂ ਨਾਨਕ ਸਾਹਿਬ ਨੇ ਲਫ਼ਜ਼ ਵਰਤਿਆ ਹੈ, ਦੇਹੀ ਨਗਰੀ 9 ਦਰਵਾਜ਼ੇ, ਸੋ 10ਵਾਂ ਗੁਪਤ ਰਹਾਤਾ ਹੈ। 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਇਹ ਗੁਰੂ ਅਮਰਦਾਸ ਜੀ ਨੇ ਵੀ ਆਨੰਦ ਸਾਹਿਬ ਦੇ ਵਿੱਚ ਇਹ ਸ਼ਬਦ ਵਰਤਿਆ ਹੈ, ਇਸਤੇਮਾਲ ਕੀਤੇ। ਕਿਉਂਕਿ ਗਿਣਤੀ 9 ਹੈ, ਇਸ ਲਈ ਜਿਹੜੇ ਅਧਿਆਤਮਕਵਾਦ ਤੇ ਵਿਸ਼ਵਾਸ ਰੱਖਣ ਵਾਲੇ ਜਿਹੜੇ ਮਹਾਂਪੁਰਖ ਜਾਂ ਪ੍ਰਮਾਤਮਾ ਤੇ ਵਿਸ਼ਵਾਸ ਰੱਖਣ ਵਾਲੇ ਇਹ ਮੰਨਦੇ, ਇਹ ਕਹਿੰਦੇ ਕਿ ਉਹ 10ਵਾਂ ਦੁਆਰ ਹੈ ਜਿੱਥੇ ਰੱਬ ਨਿਵਾਸ ਕਰਦਾ। ਉਹਨਾਂ ਦਾ ਇਹ ਵਿਸ਼ਵਾਸ ਉਹਨਾਂ ਲੋਕਾਂ ਦਾ ਜਿਹੜੇ ਪੁਰਾਤਨ ਮੱਤ ਦੇ ਵਿੱਚ ਵੀ ਕਿਹਾ ਜਾਂਦਾ ਸੀ ਵੀ 10ਵੇਂ ਦੁਆਰ ਦੇ ਉੱਤੇ ਰੱਬ ਦਾ ਵਾਸਾ ਹੈ ਜਾਂ ਰੱਬ ਵਸਦਾ, ਇਹ ਕਿਹਾ ਜਾਂਦਾ ਸੀ। ਇਸ ਲਈ ਜਦੋਂ ਜਿਹੜੀਆਂ ਅਗੰਮ ਗੋਚਰ ਜਿਹੜੀਆਂ ਇੰਦਰੀਆਂ ਹਨ, ਵੀ ਉਹਨਾਂ ਨੂੰ ਕਹਿੰਦੇ ਇਹ ਪ੍ਰਮਾਤਮਾ ਉਹਨਾਂ ਦੇ ਨਾਲ ਜਾਣਿਆ ਨਹੀਂ ਜਾਂਦਾ। ਇਸੇ ਕਰਕੇ ਨਹੀਂ ਜਾਣਿਆ ਜਾਂਦਾ ਕਿਉਂਕਿ ਉਹਦਾ ਵਾਸਾ 10ਵੇਂ ਦੁਆਰ ਦੇ ਵਿੱਚ ਹੈ, ਜੋ ਮੰਨਿਆ ਜਾਂਦਾ ਹੈ ਧਾਰਮਿਕ ਦੁਨੀਆ 'ਚ ਆਮ ਤੌਰ ਤੇ ਵਿਸ਼ਵਾਸ ਜਿਹੜੇ ਨੇ ਉਹ ਮੰਨੇ ਜਾਂਦੇ ਹਨ। ਤੋ ਇਸ ਦਾ ਭਾਵ ਇਹ ਹੋ ਗਿਆ ਕਿ ਦੁਨਿਆਵੀ ਸੀਮਾ ਨੂੰ ਜਾਂ ਦੁਨਿਆਵੀ ਝੰਜਟਾਂ ਨੂੰ ਲੰਘ ਕੇ ਹੀ ਇਹ ਅਧਿਆਤਮਕ ਆਨੰਦ ਮਾਣਿਆ ਜਾ ਸਕਦਾ। ਇਹ ਗੱਲ ਤਾਂ ਬੜੀ ਸਪਸ਼ਟ ਹੈ। ਜਦ ਤੱਕ ਅਸੀਂ ਦੁਨਿਆਵੀ ਸੋਚ ਮੰਡਲ ਤੋਂ, ਉਸ ਦੁਨਿਆਵੀ ਪਦਾਰਥਾਂ ਦੀ ਪਕੜ ਤੋਂ ਬਾਹਰ ਨਹੀਂ ਹੁੰਦੇ, ਉਨੀ ਦੇਰ ਤੱਕ ਪਰਮਾਤਮਾ ਦੇ ਨਾਲ ਮਿਲਾਪ ਸੰਭਵ ਵੀ ਨਹੀਂ ਹੈ। ਹੁਣ ਪਕੜ ਤੋਂ ਬਾਹਰ ਹੋਣ ਦਾ ਮਤਲਬ ਇਹਨੂੰ ਛੱਡ ਕੇ ਜਾਣ ਦਾ ਨਹੀਂ ਹੈ। ਪਕੜ ਤੋਂ ਬਾਹਰ ਕਰਨ ਦਾ ਮਤਲਬ ਇਹਨਾਂ ਨੂੰ ਤਿਆਗਣ ਦਾ ਨਹੀਂ ਹੈ। ਪਕੜ ਤੋਂ ਬਾਹਰ ਦਾ ਮਤਲਬ ਸੰਨਿਆਸੀ ਬਣਨਾ ਨਹੀਂ ਹੈ। ਪਕੜ ਤੋਂ ਬਾਹਰ ਜਾਣ ਦਾ ਮਤਲਬ ਆਪਣੇ ਸਿਰ ਬਣਾ ਕੇ ਭੇਡਾਂ ਵਾਂਗੂ ਸਿਰ ਬਣਾਉਣ ਵਾਲਾ ਨਹੀਂ ਹੈ। ਪਕੜ ਦਾ ਮਤਲਬ ਗੇਰੂਏ ਰੰਗ ਦੇ ਕੱਪੜੇ ਪਾਉਣਾ ਨਹੀਂ ਹੈ। ਪਕੜ ਤੋਂ ਬਾਹਰ ਜਾਣ ਦਾ ਮਤਲਬ ਕੰਨ ਪੜਵਾ ਕੇ ਮੁੰਦਰਾ ਪਾਉਣਾ ਨਹੀਂ ਹੈ। ਬੜਾ ਸਪਸ਼ਟ ਜਿਹੜਾ ਗੁਰਮਤਿ ਦਾ ਸਿਧਾਂਤ ਬੜਾ ਸਪਸ਼ਟ ਹੈ। ਪਰ ਆਮ ਤੌਰ ਤੇ ਜਿਹੜੀ ਚੀਜ਼ ਮੰਨੀ ਜਾਂਦੀ ਸੀ ਉਹ ਇਹ ਸੀ ਵੀ ਇਹ ਦੁਨੀਆ, ਰੱਬ ਜਿਹੜਾ 10ਵੇਂ ਦੁਆਰ 'ਚ ਗੁਪਤ ਬੈਠਾ ਆ, ਇਸ ਲਈ ਦੁਨੀਆ ਦੀਆਂ ਸੀਮਾ ਹੱਦਬੰਦੀ ਨੂੰ ਲੰਘ ਕੇ ਹੀ ਅਧਿਆਤਮਕਵਾਦ ਦਾ ਆਨੰਦ ਜਿਹੜਾ ਉਹਨੂੰ ਮਾਣਿਆ ਜਾ ਸਕਦਾ ਹੈ। ਇਹ ਆਮ ਗੱਲ ਮੰਨੀ ਜਾਂਦੀ ਸੀ। ਕਈ 10ਵੇਂ ਦੁਆਰ ਦਾ ਅਰਥ ਜਿਹੜਾ ਦਿਮਾਗ ਵੀ ਕਰਦੇ ਹਨ। ਹੁਣ ਅਜਿਹਾ ਮੰਨਣਾ ਸਥੂਲ ਸਥਾਨ ਦਾ ਬੋਧ ਹੈ ਹੁੰਦਾ, ਜੋ ਅਧਿਆਤਮਕਵਾਦ ਦੀ ਨਿਸ਼ਚੈ ਅਨੁਸਾਰ ਉਹਨਾਂ ਨੂੰ ਠੀਕ ਨਹੀਂ ਲੱਗਦਾ। ਜਿਹੜੇ ਦੂਜੇ ਧਰਮਾਂ ਦੇ ਲੋਕੀ ਨੇ ਉਹਨਾਂ ਨੂੰ ਦਿਮਾਗ ਦੇ ਅਰਥ ਦੇ ਵਿੱਚ ਨਹੀਂ ਠੀਕ ਲੱਗਦੇ। ਤੋ ਇਹ ਸ਼ਬਦ ਤੋਂ ਗੁਰੂ ਜੀ ਦਾ ਜਿਹੜਾ ਭਾਵ ਹੈ ਉਹ ਗੁਰਬਾਣੀ ਦੇ ਵਿੱਚ ਉਹ ਬੜਾ ਸਪਸ਼ਟ ਹੋ ਜਾਏਗਾ ਜਦੋਂ ਅਸੀਂ ਪੜਾਂਗੇ, ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ ਬਾਜਾ ਪਾਉਣ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ, ਇੱਕ ਤਾਂ 10ਵਾਂ ਦੁਆਰ ਦਿਖਾਇਆ, ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ, ਤਾਂ ਨੇਕ ਰੂਪ ਨਾਉ ਨਾਵਨੀ, ਜਿਸਦਾ ਅੰਤ ਨਾ ਜਾਈ ਪਾਇਆ, ਕਹੇ ਨਾਨਕ ਹਰ ਪਿਆਰੀ, ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਇਹ ਗੁਰੂ ਨਾਨਕ ਸਾਹਿਬ ਦਾ ਜਿਹੜਾ ਸ਼ਬਦ ਹੈ, ਇਹਦੇ ਤੋਂ ਗੱਲ ਜਿਹੜੀ ਸਪਸ਼ਟ ਹੁੰਦੀ ਹੈ, ਬੜਾ ਕੁਝ ਸਪਸ਼ਟ ਸਮਝ ਨੂੰ ਆਉਂਦਾ ਹੈ। ਪਰਮਾਤਮਾ ਜਦੋਂ ਆਖਰੀ ਪੰਕਤੀ ਸਤਿਗੁਰੂ ਜੀ ਕਹਿੰਦੇ ਨੇ, ਪਰਮਾਤਮਾ ਦੀ ਪ੍ਰਾਪਤੀ ਇਸ ਢੰਗ ਨਾਲ ਨਹੀਂ ਹੁੰਦੀ ਜਿਸ ਢੰਗ ਨਾਲ ਇਹ ਲੋਕੀ ਕਰਦੇ ਨੇ। 10ਵੇਂ ਦੁਆਰ ਦਾ ਟਿਕਾਣਾ ਇਸ ਤਰ੍ਹਾਂ ਨਹੀਂ ਹੈ ਜਿਵੇਂ ਤ੍ਰਿਕੁਟੀ ਖੁੱਲੀ, ਕੁੰਡਲੀ ਖੁੱਲੀ, ਜਾਂ ਜੋਗੀਆਂ ਦਾ ਜੋ ਸਿਧਾਂਤ ਸੀ ਕਿ ਪੇਟ ਦੇ ਵਿੱਚੋਂ ਨਾੜਾਂ ਨੂੰ ਘੁਮਾਓ ਤੇ ਉਹ ਘੁਮਾ ਕੇ ਉੱਪਰ ਨੂੰ ਸਾਹ ਜਦੋਂ ਨਾਸਕਾਂ ਰਾਹੀਂ ਜਾਂਦਾ ਹੈ
ਨਾਸਕਾਂ ਤੋਂ ਜਾ ਕੇ ਜਦੋਂ ਮੱਥੇ 'ਚ ਟਿਕਦਾ ਤੇ ਮੱਥੇ 'ਚ ਜਦੋਂ ਟਿਕਦਾ ਤੇ ਉੱਥੇ ਇੱਕ ਆਵਾਜ਼ ਪੈਦਾ ਹੁੰਦੀ, ਆਹਟ ਆਉਂਦੀ ਹੈ। ਉਸ ਆਹਟ ਦੇ ਉੱਤੋਂ ਜਦੋਂ ਖੁੱਲਦੀ ਹੈ ਤੇ ਉਦੋਂ 10ਵਾਂ ਦੁਆਰ ਪ੍ਰਗਟ ਹੋ ਜਾਂਦਾ। ਗੁਰਮਤਿ ਦਾ ਇਹ ਸਿਧਾਂਤ ਨਹੀਂ ਹੈ। ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਸਤਿਗੁਰੂ ਜੀ ਕਹਿੰਦੇ ਜਿਹਨੇ ਗੁਰੂ ਨਾਲ ਪ੍ਰੇਮ ਕੀਤਾ ਉਹਨੇ 10ਵਾਂ ਦੁਆਰ ਦੇਖਿਆ। ਇਹ ਕਠਨ ਸਾਧਨਾ, ਇਹ ਢੰਗ, ਇਹ ਤਰੀਕਾ ਗੁਰਮਤਿ ਨੇ ਨਹੀਂ ਦਿਖਾਇਆ। ਗੁਰਮਤਿ ਦਾ ਜਿਹੜਾ ਢੰਗ ਸੀ ਉਹ ਬੜਾ ਕਲੀਅਰ ਤੇ ਸਪਸ਼ਟ ਢੰਗ ਹੈ। ਗੁਰਦੁਆਰੇ ਲਾਏ ਭਾਵ, ਬਸ ਗੁਰੂ ਦਾ ਨਾਲ ਪਿਆਰ ਹੀ ਗੁਰੂ ਦੇ ਨਾਲ ਮਿਲਾਪ ਤੱਕ ਲੈ ਕੇ ਜਾਂਦਾ। ਸਾਡਾ 10ਵਾਂ ਦੁਆਰ ਗੁਰੂ ਨਾਲ ਮਿਲਾਪ ਹੈ। ਉਹ ਮਿਲਾਪ ਉਦੋਂ ਹੁੰਦਾ ਜਦੋਂ ਗੁਰੂ ਦੇ ਨਾਲ ਭਾਵਨੀ ਪੈਦਾ ਹੋ ਜਾਂਦੀ ਹੈ। ਜਦ ਤੱਕ ਗੁਰੂ ਦੇ ਨਾਲ ਭਾਵਨੀ ਨਹੀਂ ਬਣਦੀ ਉਦੋਂ ਤੱਕ ਮਿਲਾਪ ਵੀ ਨਹੀਂ ਹੁੰਦਾ। ਅਸੀਂ ਜਿੰਨਾ ਮਰਜ਼ੀ ਗਿਆਨ ਦੀਆਂ ਗੱਲਾਂ ਕਰ ਲਈਏ, ਜਿੰਨਾ ਮਰਜ਼ੀ ਅਸੀਂ ਲੈਕਚਰਬਾਜ਼ੀ ਕਰ ਲਈਏ, ਜਿੰਨਾ ਮਰਜ਼ੀ ਅਸੀਂ ਗ੍ਰੰਥਾਂ ਨੂੰ ਪੜ੍ਹ ਲਈਏ, ਜਿੰਨਾ ਮਰਜ਼ੀ ਅਸੀਂ ਰਿਸਰਚ ਦੇ ਪਾਸੇ ਤੁਰ ਪਈਏ, ਪਰ ਜਦ ਤੱਕ ਭਾਵਨੀ ਨਹੀਂ ਬਣੇਗੀ ਉਨੀ ਦੇਰ ਤੱਕ ਮਿਲਾਪ ਨਹੀਂ ਹੋਵੇਗਾ। ਇਹ ਗੱਲ ਜਿੱਥੇ ਮਰਜ਼ੀ ਮੰਨੋ ਜਾਂ ਨਾ ਮੰਨੀਏ, ਪਰ 100% ਇਹਦੇ 'ਚ ਕੋਈ ਵੀ ਇੱਕ ਜਿਹੜੀ ਹੈ ਛੂਟ ਨਹੀਂ ਮਿਲ ਸਕਦੀ। ਤਾਂ ਸਿੱਖੀ ਦਾ ਸਿਧਾਂਤ ਜਿਹੜਾ ਹੈ ਉਹ ਤਿਰਕੁਟੀਆਂ ਵਾਲਾ ਨਹੀਂ, ਉਹਨਾਂ ਦੇ 10ਵੇਂ ਦੁਆਰਾ ਇੱਟ ਦਾ ਪੱਥਰ ਵਾਲਾ ਨਹੀਂ। ਇਹ ਸਿਧਾਂਤ ਹੈ ਜਦੋਂ ਗੁਰਦੁਆਰੇ ਭਾਵਨੀ ਲੱਗ ਜਾਂਦੀ ਹੈ ਤਾਂ ਉਹਨੂੰ ਆਪਣਾ 10ਵਾਂ ਦੁਆਰ ਭਾਵ ਆਨੰਦ ਦੀ ਅਵਸਥਾ ਤੇ ਉਹ ਪਹੁੰਚ ਜਾਂਦਾ ਹੈ। 10ਵਾਂ ਦੁਆਰ ਹੀ ਆਨੰਦ ਹੈ, ਆਨੰਦ ਹੀ 10ਵਾਂ ਦੁਆਰ ਹੈ। ਇਹੋ ਹੀ ਸਹਿਜ ਅਵਸਥਾ ਹੈ, ਇਹੋ ਹੀ ਉੱਪਰਲੀ ਅਵਸਥਾ ਹੈ। ਇਹਨੂੰ ਹੀ ਸਹਿਜ ਕਿਹਾ ਜਾਂਦਾ ਹੈ, ਇਹਨੂੰ ਹੀ ਆਨੰਦ ਕਿਹਾ ਜਾਂਦਾ ਹੈ। ਜਦੋਂ ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਹੋਰ ਗੁਰਦੁਆਰੇ ਦੇ ਇਹ ਗੁਰੂ ਦੀ ਮਰਿਆਦਾ ਅਨੁਸਾਰ ਕਿਤੇ ਉਹ ਆਹਟ ਨਹੀਂ ਪੈਦਾ ਹੁੰਦੀ, ਕਿਤੇ ਰੋਲਾ ਰੱਪਾ ਨਹੀਂ ਪੈਂਦਾ, ਕੋਈ ਕੁੰਡੀਆਂ ਨਹੀਂ ਖੜਕਦੀਆਂ, ਕੋਈ ਕੁੰਡਲੀਆਂ ਨਹੀਂ ਖੁੱਲਦੀਆਂ, ਨਾ ਹੀ ਸਾਨੂੰ ਖੋਲਣ ਦੀ ਲੋੜ ਪੈਂਦੀ ਹੈ। ਪਰ ਤਕਲੀਫ ਉਸ ਗੱਲ ਦੀ ਹੈ ਕਿ ਅੱਜ ਗੁਰਦੁਆਰਿਆਂ ਦੇ ਵਿੱਚ ਵੀ ਸਾਡੀਆਂ ਕੁੰਡਲੀਆਂ ਖੋਲ ਕੇ ਘੁਮਾ ਕੇ ਤੇ 10ਵੇਂ ਦੁਆਰ ਤੇ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ। ਇਹ ਸਾਰੀ ਪ੍ਰੋਬਲਮ ਬੜੀ ਸੋਚੀ ਸਮਝੀ ਸਾਜ਼ਿਸ਼ ਹੈ, ਸੋਚੀ ਸਮਝੀ ਇੱਕ ਢੰਗ ਹੈ ਸਿੱਖੀ ਦੇ ਵਿੱਚ ਇਹਨਾਂ ਲੋਕਾਂ ਦਾ ਪ੍ਰਵੇਸ਼ ਕਰਨ ਦਾ। ਜੇ ਆਪਣੇ ਸਿਹਤ ਦੇ ਨਾਂ ਤੇ, ਯੋਗ ਦੇ ਨਾਂ ਦੇ ਉੱਤੇ ਇੱਕ ਚੀਜ਼ਾਂ ਸਾਨੂੰ ਕਰਾ ਕੇ ਇੱਕ ਅਕਾਲ ਮੁਖ ਦੇ ਜੀ ਜੇ ਸਿੱਖੀ ਦੇ ਵਿੱਚ ਵਿਧਾਨ ਸੀ ਉਹ ਤੋਂ ਸਾਨੂੰ ਦੂਰ ਕੀਤਾ ਜਾ ਰਿਹਾ ਹੈ। ਇਸ ਵਾਸਤੇ ਗੁਰਮਤਿ ਦਾ 10ਵਾਂ ਦੁਆਰ ਗੁਰਦੁਆਰੇ ਲਾਏ ਭਾਵਨੀ ਹੈ। ਜਦੋਂ ਗੁਰਦੁਆਰੇ ਭਾਵਨੀ ਲੱਗਦੀ ਹੈ, ਜਦੋਂ ਮਿਲਾਪ ਹੁੰਦਾ, ਉਹੀ 10ਵਾਂ ਦੁਆਰ ਹੈ, ਉਹੀ ਆਨੰਦ ਹੈ। ਸੁਰਤ ਸ਼ਬਦ ਮਿਲ ਜਾਂਦੇ ਨੇ, ਉਹ ਉਹਦਾ ਆਨੰਦ ਮਾਣਦੀ ਹੈ, ਰਸ ਮਾਣਦੀ ਹੈ ਸ਼ਬਦ ਦਾ। ਜਦੋਂ ਸੁਰਤ ਸ਼ਬਦ ਦਾ ਰਸ ਮਾਣਦੀ ਹੈ ਤੇ ਉਹਦੇ ਵਿੱਚੋਂ ਝਿੰਚਿਮ ਅੰਮ੍ਰਿਤ ਵਰਸਦਾ, ਹੂੰ ਬੁਲਾਇਆ ਬੋਲਣੀ ਖਸਮਦਾ ਵਾਲੀ ਅਵਸਥਾ ਉਜਾਗਰ ਹੋ ਜਾਂਦੀ ਹੈ, ਪੈਦਾ ਹੋ ਜਾਂਦੀ ਹੈ। ਇਸ ਵਾਸਤੇ ਗੁਰਮਤਿ ਦਾ 10ਵਾਂ ਦੁਆਰ ਇਹ ਅਨਮਤੀਆਂ ਜਾਂ ਦੂਜੇ ਧਰਮਾਂ ਦੇ 10ਵਾਂ ਦੁਆਰ ਦੇ ਨਾਲ ਉਹਦਾ ਇਹ ਵੱਡਾ ਇੱਕ ਫਰਕ ਹੈ 10ਵੇਂ ਦੁਆਰ ਦਾ। ਹੋਰ ਸ਼ਬਦ ਆਪਾਂ ਚੱਲਦੇ ਹਾਂ ਕਿ ਦਰਵੇਸ਼ ਲਫ਼ਜ਼ ਇੱਕ ਆਉਂਦਾ ਹੈ ਗੁਰਬਾਣੀ ਵਿੱਚ। ਦਰਵੇਸ਼ੀ ਕੋ ਜਾਨ ਸੀ ਬਿਰਲਾ ਕੋ ਦਰਵੇਸ਼, ਗੁਰੂ ਅਮਰਦਾਸ ਮਹਾਰਾਜ। ਜੇ ਘਰ ਘਰ ਹੁੰਦਾ ਹੰਡੇ ਮੰਗਦਾ, ਤਿਗ ਜੀਵਨ ਤਿਗ ਬੇਸ। ਬਿਹਾਗੜਾ ਰਾਗ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ 550 ਅੰਕ ਦੇ ਉੱਤੇ ਇਹ ਸ਼ਬਦ ਹੈ ਜਿੱਥੇ ਜ਼ਿਕਰ ਕੀਤਾ ਗਿਆ ਹੈ, ਦਰਵੇਸ਼ੀ ਕੋ ਜਾਨ ਸੀ। ਬਾਬਾ ਫਰੀਦ ਜੀ ਨੇ ਵੀ ਇਹ ਲਫ਼ਜ਼ ਇਸਤੇਮਾਲ ਕੀਤਾ। ਆਪ ਲਈ ਲਾਏ ਦਰ ਦਰਵੇਸ਼ ਸੇ, ਵਿਛੜਿਆ ਜਿਨ ਨਾਮ ਤੇ ਭੋਏ ਭਾਰਤੀ, ਉਹਨਾਂ ਨੇ ਇਸਤੇਮਾਲ ਕੀਤਾ। ਫਿਰ ਦਰਵੇਸ਼ਾਂ ਦੀ ਜ਼ਿਕਰ ਬਾਬਾ ਫਰੀਦ ਜੀ ਨੇ ਆਪਣੇ ਸਲੋਕਾਂ 'ਚ ਵੀ ਕੀਤਾ। ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਭਰਾਂਦ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜਰਾਂਦ। ਬੜਾ ਪਿਆਰਾ ਸਲੋਕ ਲਿਖਿਆ ਭਗਤ ਕਬੀਰ ਜੀ ਨੇ। ਬਹੁਤ ਡੂੰਘੀਆਂ ਗੱਲਾਂ ਇਹ ਦੋ ਇੱਕ ਭਗਤ ਫਰੀਦ ਜੀ ਨੇ, ਬਾਬਾ ਫਰੀਦ ਜੀ ਨੇ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜਰਾਂਦ ਵਿੱਚ ਲਿਖ ਦਿੱਤੀਆਂ ਹਨ। ਇਹ ਨਾ ਇਹ ਰੁੱਖਾਂ ਦੀ ਜਰਾਂਦ ਸਾਡਾ ਬਣੇ ਤੇ ਨਾ ਇਹ ਦਰਵੇਸ਼ੀ ਅਸੀਂ ਕਮਾ ਲਈਏ। ਦਰਵੇਸ਼ੀ ਫਾਰਸੀ ਦਾ ਇੱਕ ਭਾਸ਼ਾ ਦਾ ਸ਼ਬਦ ਹੈ ਜਿਹੜਾ ਦਰਵੇਸ਼ੀ ਲਫ਼ਜ਼ ਹੈ, ਜਿਹਦਾ ਅਰਥ ਹੈ ਦਰਵਾਜ਼ੇ ਤੇ ਮੰਗਣ ਵਾਲਾ ਭਿਖਾਰੀ। ਦਰਵਾਜ਼ੇ ਤੇ ਮੰਗਣ ਵਾਲਾ ਭਿਖਾਰੀ, ਜਿਹੜੇ ਸਾਡੇ ਮੰਗਤੇ ਆਉਂਦੇ ਨੇ ਦਰਵਾਜ਼ੇ ਤੇ ਖੜੇ ਹੁੰਦੇ, ਉਹ ਅਸਲ 'ਚ ਦਰਵੇਸ਼ੀ ਦਾ ਅਰਥ ਇਹੋ ਹੀ ਹੈ। ਖੁਦਾ ਰਸੀਦਾ ਮੁਸਲਿਮ ਸਾਧੂ ਹਿੰਦੂ ਸੰਨਿਆਸੀਆਂ ਵਾਂਗ ਬਿਰਤੀ ਜਿਹੜੇ ਧਾਰਨ ਕਰ ਲੈਂਦੇ ਨੇ,
ਤੇ ਇਹ ਮੰਗ ਕੇ ਗੁਜ਼ਾਰਾ ਕਰਦੇ। ਇਹਨਾਂ ਨੂੰ ਵੀ ਦਰਵੇਸ਼ ਆਪ ਕਹਿਣ ਲੱਗ ਪਏ ਵੀ ਜੋ ਕਿ ਇਹ ਦਰਵੇਸ਼ ਬੰਦਾ ਹੈ। ਜਿਹੜਾ ਬਹੁਤ ਸ਼ਰੀਫ ਹੋਵੇ ਉਹਨੂੰ ਕਹਿੰਦੇ ਦਰਵੇਸ਼ ਬੰਦਾ ਹੈ। ਆਮ ਤੌਰ ਤੇ ਇਹ ਲਫ਼ਜ਼ ਦਰਵੇਸ਼ ਜਿਹੜਾ ਬਹੁਤ ਸ਼ਰੀਫ ਬੰਦੇ ਲਈ ਵੀ ਵਰਤਿਆ ਜਾਂਦਾ ਹੈ। ਜਿਹੜੇ ਅਸਲੀ ਅਧਿਆਤਮਕਵਾਦ ਦੇ ਵਿੱਚ ਸੀ ਉਹਨਾਂ ਨੇ ਇਸ ਗੱਲ ਨੂੰ ਠੀਕ ਨਹੀਂ ਸਮਝਿਆ ਵੀ ਮੰਗ ਕੇ ਗੁਜ਼ਾਰਾ ਕੀਤਾ ਤੇ ਦਰਵੇਸ਼ ਘੁਆ ਲਏ, ਗੇਰੂਏ ਰੰਗ ਦੇ ਕੱਪੜੇ ਪਾ ਲਏ ਤੇ ਗਲੀਆਂ ਢੰਡੋਰੇ ਦੇ ਦਿੱਤੇ। ਉਹਨਾਂ ਦਾ ਖਿਆਲ ਜਿਹੜੇ ਅਸਲੀ ਅਧਿਆਤਮਕਵਾਦ ਦੇ ਵਿੱਚ ਜਿਨ੍ਹਾਂ ਨੇ ਨਿੱਘ ਮਾਣਿਆ ਹੋਇਆ, ਉਹਨਾਂ ਦਾ ਇਹ ਖਿਆਲ ਸੀ ਕਿ ਦਰਵੇਸ਼ ਰੱਬ ਦਾ ਸੇਵਕ ਹੈ। ਉਹ ਘਰ ਘਰ ਮੰਗਣ ਵਾਲਾ ਦਰਵੇਸ਼ ਨਹੀਂ ਹੈ। ਉਸ ਦਰਵੇਸ਼ੀ ਦੇ ਭੇਸ ਨੂੰ ਹੀ ਧਰਕਾਰ ਹੈ, ਲਾਹਨਤ ਹੈ, ਜਿਹੜਾ ਘਰ ਘਰ ਜਾ ਕੇ ਮੰਗਦਾ ਹੈ। ਦਰਵੇਸ਼ੀ ਕੋ ਜਾਨਸੀ ਬਿਰਲਾ ਕੋ ਦਰਵੇਸ਼, ਗੁਰੂ ਪਾਤਸ਼ਾਹ ਜੀ ਦਾ ਬਿਹਾਗੜਾ ਰਾਗ ਦਾ ਬੋਲ ਹੈ। ਫਿਰ ਕਹਿੰਦੇ ਜੋ ਘਰ ਘਰ ਹੰਡੇ ਮੰਗਦਾ ਤਿਗ ਜੀਵਨ ਤਿਗ ਬੇਸ। ਜਿਹੜਾ ਘਰ ਘਰ ਤੇ ਮੰਗਣ ਤੁਰਾ ਜਾਂਦਾ ਉਹ ਦਰਵੇਸ਼ ਨਹੀਂ ਹੁੰਦਾ। ਦਰਵੇਸ਼ ਉਹ ਹੁੰਦਾ ਹੈ ਜਿਹੜਾ ਦਰਵੇਸ਼ ਪ੍ਰਮਾਤਮਾ ਦੇ ਨਾਲ ਇੱਕਮਿਕ ਹੋ ਜਾਏ, ਪ੍ਰਮਾਤਮਾ ਦੇ ਨਾਲ ਅਭੇਦ ਹੋ ਜਾਏ, ਉਹਨੂੰ ਦਰਵੇਸ਼ ਕਹਿੰਦੇ ਨੇ। ਤੇ ਬਾਬਾ ਫਰੀਦ ਜੀ ਜਿਹੜਾ ਸ਼ਲੋਕ ਕਹਿੰਦੇ, ਮੈਂ ਆਪ ਜੀ ਦੇ ਇਹ ਪੜਿਆ ਸੀ ਜਿਹੜਾ ਸ਼ਲੋਕ, ਉਹ ਤੋਂ ਪਹਿਲਾਂ ਮੈਂ ਆਪ ਲਈ ਲੜ ਲਾਏ ਦਰ ਦਰਵੇਸ਼ ਸੇ, ਵਿਸਰਿਆ ਜੇ ਨਾਮ ਸੇ ਭੋਏ ਭਾਰਤੀਏ। ਉਹਦੇ ਚ ਬਾਬਾ ਫਰੀਦ ਜੀ ਕਹਿੰਦੇ ਸੱਚਾ ਦਰਵੇਸ਼ ਉਹ ਹੈ ਜੋ ਰੱਬ ਦੇ ਦੁਆਰੇ ਤੇ ਜਾ ਕੇ ਇੱਕ ਮੰਗਤਾ ਬਣ ਕੇ ਉਹਦੇ ਕੋਲ ਦਾਤ ਮੰਗਦਾ ਹੈ। ਆਪ ਲਈ ਲੜ ਲਾਏ ਦਰ ਦਰਵੇਸ਼ ਸੇ, ਉਹਦੇ ਦਰ ਦੇ ਮੰਗਤੇ ਬਣ ਜਾਂਦੇ ਹਨ। ਹਮ ਭਿਖਿਕ ਭਿਖਾਰੀ ਤੇਰੇ ਤੋਂ ਨਿਜ ਪਤ ਹੈ ਦਾਤਾ। ਜਾਂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਮੰਗਣ ਦੀ ਜਿਹੜੀ ਗੱਲ ਕੀਤੀ ਹੈ ਕਮਾਲ ਦੀ ਹੈ। ਹਮ ਭਿਖਿਕ ਭਿਖਾਰੀ ਤੇਰੇ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮੈਂ ਕਿਆ ਮੰਗੂ ਕਿ ਸਥਿਰ ਨਾ ਰਹਾਈ, ਹਰ ਦੀਜੇ ਨਾਮ ਪਿਆਰੀ ਜੀਓ। ਉੱਥੇ ਇਹ ਭਿਖਾਰੀ ਇਹ ਮੰਗਣ ਦੀ ਗੱਲ ਕੀਤੀ ਹੈ। ਦਰ ਦਰ ਤੇ ਮੰਗਣ ਦੀ ਦਰਵੇਸ਼ਾਂ ਨੂੰ ਗੱਲ ਗੁਰਮਤਿ ਨੇ ਸਿਖਾਈ ਨਹੀਂ ਹੈ। ਇੱਥੇ ਤਾਂ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਭਰਾਂਦ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜਰਾਂਦ ਵਾਲਾ ਜਿਗਰਾ ਚਾਹੀਦਾ। ਰੁੱਖ ਦੀ ਜਰਾਂਦ ਜਿਗਰਾ ਕਿੱਡਾ ਰੁੱਖ ਦਾ, ਵੱਢਣ ਵਾਲੇ ਤੇ ਸਿਰ ਝੁਕਾ ਦਿੰਦਾ ਹੈ, ਆਪਣਾ ਸਿਰ ਘਟਾ ਲੈਂਦਾ, ਜੜਿਆਂ ਵੀ ਵਢਾ ਲੈਂਦਾ, ਆਪਣੇ ਆਪ ਨੂੰ ਸੁਕਾ ਲੈਂਦਾ ਹੈ। ਜੇ ਕੋਈ ਉਹਦੀ ਛਾਂ ਮੰਨਣੀ ਚਾਹੇ ਤਾਂ ਉਹਨੂੰ ਛਾਂ ਦੇ ਦਿੰਦਾ, ਜੇ ਕੋਈ ਉਹਦਾ ਫਲ ਖਾਣਾ ਚਾਹੇ ਤਾਂ ਉਹਨੂੰ ਫਲ ਦੇ ਦਿੰਦਾ। ਸਾਰਾ ਕੁਛ ਹੈ, ਜੇ ਸਾਰਾ ਕੁਛ ਲੈ ਕੇ ਵੀ ਉਹਨੂੰ ਵੱਢਣਾ ਹੀ ਹੈ, ਤੇ ਜੇ ਵੱਢਣ ਆਏ ਮਨੁੱਖ ਦੀ ਉਹ ਆਪ ਆਪਣੇ ਆਪ ਨੂੰ ਫਿਰ ਕਿਉਂ ਤਿਆਰ ਕਰ ਲੈਂਦਾ। ਇਸੇ ਵਾਸਤੇ ਉਹਦੀਆਂ ਜਿਰਾਂਦ ਕਿਹਾ ਦਰਵੇਸ਼ਾਂ ਨੂੰ, ਰੁੱਖਾਂ ਜਿੰਨਾ ਜਿਗਰਾ ਚਾਹੀਦਾ ਹੈ, ਰੁੱਖਾਂ ਜਿੰਨਾ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜਦੋਂ ਅਸੀਂ ਗੱਲ ਕਰਦੇ ਹਾਂ, ਰੁੱਖਾਂ ਦੀ ਜਿਰਾਂਦ ਹੈ ਉਹਨਾਂ ਦੀ ਜ਼ਿੰਦਗੀ। ਆਪ ਸਹੰਦੇ ਦੁੱਖ ਜਗ ਵਰਸਾਇਆ, ਕੋ ਵਿਰਲੇ ਹੀ ਸਨਮੁਖ ਭਾਣਾ ਪਾਇਆ। ਜਦੋਂ ਭਾ ਗਿਆ ਭਾਣਾ ਕਰਤੇ ਪੁਰਖ ਮਾਲਕ ਦਾ, ਆਪ ਸਹੰਦੇ ਦੁੱਖ ਜਗ ਵਰਸਾਇਆ। ਆਪਣੇ ਜ਼ਿੰਦਗੀ ਆਪਣੇ ਤਨ ਤੇ ਦੁੱਖ ਸਹਿ ਕੇ ਵੀ ਉਹ ਜਗ ਨੂੰ ਜੀਵਨ ਦੇਣ ਵਾਲੇ ਹਨ। ਤੇ ਹਰ ਗੁਰੂ ਤੇਗ ਬਹਾਦਰ ਸਾਹਿਬ ਦਰਵੇਸ਼ੀ ਜਿਹੜੀ ਕਮਾਉਣੀ ਹੈ ਗੁਰੂ ਸਾਹਿਬਾਨ ਤੋਂ, ਏਦਾਂ ਦੀ ਦਰਵੇਸ਼ੀ ਦੀ ਗੱਲ ਕੀਤੀ। ਜਿਗਰਾ ਕਿੰਨਾ ਹੈ, ਵਿਸ਼ਾਲ ਜਿਗਰ ਦੇ ਮਾਲਕ ਸ਼ਹਾਦਤ ਕਿਹਨਾਂ ਲਈ ਦੇਣ ਜਾ ਰਹੇ ਨੇ। ਉਹ ਆਪਣੇ ਤਾਂ ਹੈ ਨਹੀਂ ਸੀ, ਆਪਣੇ ਜਨੇਊ ਪਾਉਣ ਵਾਲਾ ਨਹੀਂ ਸੀ, ਆਪਣੇ ਚੋਂ ਕੋਈ ਤਿਲਕ ਲਾਉਣ ਵਾਲਾ ਨਹੀਂ ਸੀ। ਸ਼ਹਾਦਤ ਉਹਨਾਂ ਲਈ ਦਿੱਤੀ ਜਾ ਰਹੀ ਹੈ। ਔਰ ਗੁਰੂ ਤੇਗ ਬਹਾਦਰ ਸਾਹਿਬ ਰੁੱਖਾਂ ਦੀ ਜਿਰਾਂਦ ਵਰਗੀ ਜ਼ਿੰਦਗੀ ਜਿਉਂਦੇ ਹਨ। ਔਰ ਰੁੱਖਾਂ ਦੀ ਜਿਰਾਂਦ ਕਰਕੇ ਏਡਾ ਜਿਗਰਾ ਸੀ ਉਹਨਾਂ ਦਾ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ। ਦਰਵੇਸ਼ ਦੀ ਜ਼ਿੰਦਗੀ ਜਿਹੜੀ ਹੈ ਉਹ ਬੜੀ ਅਲੱਗ ਤਰ੍ਹਾਂ ਦੇ ਨਾਲ ਬਿਆਨ ਕੀਤੀ ਗੁਰਬਾਣੀ ਨੇ। ਦਰਵੇਸ਼ ਮੰਗਤਾ ਨਹੀਂ, ਦਰਵੇਸ਼ ਕੋਈ ਭੇਖੀ ਨਹੀਂ, ਦਰਵੇਸ਼ ਕਿਸੇ ਖਾਸ ਭੇਖ ਨਾਲ ਨਹੀਂ ਜੁੜਦਾ। ਦਰਵੇਸ਼ ਉਹ ਹੈ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਪਰ ਦੂਜੇ ਪਾਸੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਦਰਵੇਸ਼ਾ ਰੱਤੇ ਇਸ਼ਕ ਆਏ ਰੰਗ ਦੇ ਧਾਰ ਕੇ, ਬਿਸਰਿਆ ਜੇ ਨਾਮ ਤੇ ਭੋਏ ਭਾਰਤੀ। ਦਰਵੇਸ਼ ਇਹ ਹਨ, ਇਹਨਾਂ ਦਰਵੇਸ਼ੀ ਕਹਿੰਦੇ ਆ। ਐਸੀ ਦਰਵੇਸ਼ੀ ਕਮਾਉਣੀ ਔਖੀ ਹੈ ਜਿਸ ਦਰਵੇਸ਼ੀ ਦੀ ਗੱਲ ਗੁਰੂ ਪਾਤਸ਼ਾਹ ਜੀ ਨੇ ਸਾਡੇ ਨਾਲ ਕੀਤੀ ਹੈ। ਤਾਂ ਬੜੀ ਸਪਸ਼ਟ ਗੱਲ ਇਹ ਹੈ ਕਿ ਦਰਵੇਸ਼ ਲਫ਼ਜ਼ ਜਿਹੜਾ ਭਾਸ਼ਾ ਮੂਲ ਰੂਪ ਦੇ ਵਿੱਚ ਦਰਵੇਸ਼ ਲਫ਼ਜ਼ ਦੀ ਭਾਸ਼ਾ ਜਿਹੜੀ ਹੈ ਉਹ ਫਾਰਸੀ ਹੈ।
ਤੇ ਅਰਥ ਇਹਦਾ ਦਰਵਾਜ਼ੇ ਤੇ ਖੜੇ ਹੋਣ ਵਾਲਾ, ਮੰਗਣ ਵਾਲਾ, ਭਿਖਾਰੀ। ਇਹਦਾ ਅਰਥ ਇਹ ਹੈ ਦਰਵੇਸ਼, ਕਿਉਂਕਿ ਅਸੀਂ ਗੁਰੂ ਦੇ ਦਰ ਦੇ ਮੰਗਤੇ ਹਾਂ। ਗੁਰੂ ਸਾਡਾ ਦਾਤਾ ਹੈ। ਇਸੇ ਕਰਕੇ ਕਹਿੰਦੇ ਨੇ, ਤੁਮ ਦਾਤੇ ਠਾकुर ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਜਿਹਵਾ ਇੱਕ ਕਵਨ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਇੰਤ ਨਾ ਕਿ ਨਹੀਂ ਲਈਐ। ਲੋਕ ਅਪਰਾਧ ਹਮਾਰੇ ਖੰਡੋ, ਅਨਕ ਵਿਧि ਸਮਝਾਵੋ, हम अज्ञान अल्प मत थोड़ी, तुम अपन बिरद रखावो। तुमरी शरण तुम्हारी आसा, तुम ही सज्जन सुहेले, राखो राखन हार दयाला, नानक घर के गोले। तो ये दरवेश की जिंदगी हो जाएगी। तो गुरमत ਦਾ ਦਰਵੇਸ਼ੀ ਤੇ ਦੂਜੀਆਂ ਦਰਵੇਸ਼ੀਆਂ ਦੇ ਵਿੱਚ ਬਹੁਤ ਵੱਡਾ ਫਰਕ ਹੈ। ਦੂਜੇ ਮੰਗਤੇ ਹਨ, ਪਰ ਗੁਰਮਤ ਦਾ ਦਰਵੇਸ਼ ਰੱਬ ਦਾ ਮੰਗਤਾ ਹੈ ਤੇ ਰੱਬ ਦੇ ਦਰ ਤੇ ਦਰਵੇਸ਼ੀ ਕਮਾਉਂਦਾ ਹੈ। ਇਹਦਾ ਰੁੱਖਾਂ ਦੀ ਜਰਾਂਦ ਵਰਗੀ ਜ਼ਿੰਦਗੀ ਹੈ ਇਸ ਦਰਵੇਸ਼ ਦੀ। ਐਡਾ ਜਿਗਰਾ ਰੱਖਦਾ ਹੈ। ਸੱਚਮੁੱਚ ਦਰਵੇਸ਼ੀ ਕਮਾਉਣੀ ਹੈ, ਫਿਰ ਉੱਚਾ ਸਹਿਣਾ ਪਏਗਾ, ਨੀਵੇਂ ਥਾਂ ਦੇ ਉੱਤੇ ਸਿਰ ਝੁਕਾਉਣਾ ਪਏਗਾ, ਆਪਣੇ ਉੱਚਾ ਤੇ ਨੀਵੇਂ ਨੂੰ ਬਰਾਬਰ ਮੰਨਣਾ ਪਏਗਾ। ਫਿਰ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇਹਰ ਭੈ ਨਹੀਂ ਜਾਂ ਕੇ ਕੰਚਨ ਮਾਟੀ ਮਾਨੇ। ਨਿੰਦਿਆ, ਉਸਤਤ, ਲੋਭ, ਮੋਹ, ਹੰਕਾਰ, ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਜ਼ਿੰਦਗੀ ਜਿਉਣੀ ਪਏਗੀ ਜੇ ਸੱਚਮੁੱਚ ਹੀ ਦਰਵੇਸ਼ੀ ਕਮਾਉਣੀ ਹੈ। ਤੇ ਗੁਰਮਤ ਦਾ ਦਰਵੇਸ਼ ਜਿਹੜਾ ਹੈ, ਉਹ ਪ੍ਰਭੂ ਦੇ ਦਰ ਦਾ ਮੰਗਤਾ। ਮੰਗਦਾ ਕੀ ਹੈ? ਤੂੰ ਪ੍ਰਭ ਦਾਤਾ ਦਾਨਵਾ ਪੂਰਾ, ਹਮ ਥਾਰੇ ਭਿਖਾਰੀ ਜੀਓ। ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ, ਹਰ ਦੀਜੇ ਨਾਮ ਪਿਆਰੀ ਜੀ। ਗੁਰੂ ਕਿਰਪਾ ਕਰੇ ਅਸੀਂ ਵੀ ਗੁਰੂ ਦੇ ਘਰ ਦਰਵੇਸ਼ ਬਣੀਏ ਤੇ ਦਰਵੇਸ਼ ਬਣ ਕੇ ਮੰਗਣਾ ਸਿੱਖੀਏ। ਉਹ ਹੈ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਨ ਹਾਰ ਦਿਆਲਾ, ਨਾਨਕ ਕਰਕੇ ਜੋ। ਹੋਈਆਂ ਭੁੱਲਾਂ ਦੀ ਖਿਮਾ ਜੀ। ਪਿਆਰ ਸਤਿ ਦੀ ਸਾਂਝ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।